ਮੈਂ ਘਰ ਵਿੱਚ ਸਭ ਤੋਂ ਛੋਟਾ ਸੀ। ਮੇਰੇ ਤੋਂ ਵੱਡੇ 2 ਭਰਾ ਤੇ 2 ਭੈਣਾਂ ਸੀ। ਸਭ ਦੇ ਵਿਆਹ ਹੋ ਚੁੱਕੇ ਸੀ। ਮੈਂ ਸਭ ਦਾ ਲਾਡਲਾ ਸੀ। ਜੋ ਵੀ ਮੈਂ ਕਹਿੰਦਾ ਮੇਰੀ ਹਰ ਗੱਲ ਪੂਰੀ ਹੁੰਦੀ ਸੀ। ਸਾਡਾ ਘਰ ਇੱਕ ਵਧੀਆ ਘਰ ਸੀ। ਇੱਕ ਦੂਜੇ ਦੀ ਇੱਜ਼ਤ ਕਰਨਾ, ਇੱਕ ਦੂਜੇ ਦੇ ਕੰਮ ਆਉਣਾ, ਇਹ ਸਾਡੇ ਘਰ ਦੀ ਰੀਤ ਸੀ। ਮੇਰੀ ਮਾਂ ਜਿੱਥੇ ਪੁਰਾਣੇ ਖਿਆਲਾਂ ਦੀ ਸੀ, ਉੱਥੇ ਆਂਢ-ਗੁਆਂਢ ਦੀਆਂ ਗੱਲਾਂ ਨੂੰ ਬਹੁਤ ਅਹਿਮੀਅਤ ਦਿੰਦੀ ਸੀ। ਮੇਰੀ ਮਾਂ ਹਮੇਸ਼ਾ ਸੋਚਦੀ ਸੀ ਕਿ ਲੋਕ ਕੀ ਕਹਿਣਗੇ। ਉਹਨਾਂ ਦੀ ਇਸ ਗੱਲ ਤੋਂ ਅਸੀਂ ਪਰੇਸ਼ਾਨ ਸੀ। ਨਾ ਸਿਰਫ ਪਰੇਸ਼ਾਨ ਹੀ ਸੀ, ਤੰਗ ਵੀ ਸੀ। ਮੇਰੀ ਮਾਂ ਨੂੰ ਇੰਨੀ ਪਰਵਾਹ ਸਾਡੀ ਨਹੀਂ ਹੁੰਦੀ ਸੀ ਜਿੰਨੀ ਲੋਕਾਂ ਦੀ ਹੁੰਦੀ ਸੀ। ਜੇ ਇੱਦਾਂ ਕਰ ਦਿੱਤਾ ਤਾਂ ਲੋਕ ਕੀ ਕਹਿਣਗੇ, ਸਾਡੀ ਇੱਜ਼ਤ ਮਿੱਟੀ ਵਿੱਚ ਮਿਲ ਜਾਊਗੀ। ਬਸ ਹਰ ਜਗ੍ਹਾ ਮੇਰੀ ਮਾਂ ਨੂੰ ਆਪਣੀ ਇੱਜ਼ਤ ਤੇ ਲੋਕ ਕੀ ਕਹਿਣਗੇ, ਬਸ ਇਹੀ ਦਿਸਦਾ ਸੀ। ਕਦੀ-ਕਦੀ ਤਾਂ ਪਾਪਾ ਚਿੜ ਜਾਂਦੇ ਸੀ ਤੇ ਕਹਿ ਦਿੰਦੇ ਕਿ ਕਹਿਣ ਦਿਓ ਲੋਕਾਂ ਨੂੰ ਜੋ ਕਹਿੰਦੇ ਨੇ, ਕਿਸੇ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈਗੀ। ਕਦੀ-ਕਦੀ ਅਜਿਹੇ ਹਾਲਾਤ ਬਦਲਦੇ ਨੇ ਕਿ ਖੁਸ਼ੀਆਂ ਦਾ ਪਤਾ ਹੀ ਨਹੀਂ ਚੱਲਦਾ। ਖੁਸ਼ੀਆਂ ਕੀ ਹੁੰਦੀਆਂ ਨੇ? ਸਹੀ ਕਿਹਾ ਹੈ ਕਿਸੇ ਨੇ, ਜ਼ਿੰਦਗੀ ਬਹੁਤ ਵੱਡਾ ਇਮਤਿਹਾਨ ਉਸੇ ਦਾ ਲੈਂਦੀ ਹੈ ਜੋ ਸਭ ਤੋਂ ਲਾਡਲਾ ਹੋਵੇ। ਅਸੀਂ ਜਿਸ ਮੁਹੱਲੇ ਵਿੱਚ ਰਹਿੰਦੇ ਸੀ, ਰੇਖਾ ਵੀ ਉਸੇ ਮੁਹੱਲੇ ਵਿੱਚ ਰਹਿੰਦੀ ਸੀ। ਉਹ ਜਦੋਂ ਵੀ ਕਾਲਜ ਆਉਂਦੀ ਤਾਂ ਉਸ ਰਸਤੇ ਜਾਂਦੇ ਮੈਂ ਉਸਨੂੰ ਦੇਖਿਆ ਕਰਦਾ ਸੀ ਤੇ ਮੁਸ਼ਕਲ ਨਾਲ ਹੀ ਆਪਣਾ ਦਿਲ ਸੰਭਾਲ ਪਾਉਂਦਾ ਸੀ। ਪਰ ਆਪਾਂ ਨੂੰ ਕਦੋਂ ਪਤਾ ਹੁੰਦਾ ਕਿ ਸਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਉਹ ਇਨਸਾਨ ਸਾਡੇ ਲਈ ਕਦੋਂ ਇੰਨਾ ਕੀਮਤੀ ਹੋ ਜਾਂਦਾ ਹੈ, ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਉਸ ਦੇ ਬਿਨਾਂ ਜੀਣ ਬਾਰੇ ਸੋਚ ਵੀ ਨਹੀਂ ਸਕਦੇ। ਇਹੀ ਹਾਲ ਮੇਰਾ ਹੋ ਗਿਆ ਸੀ। ਰੇਖਾ ਇੰਨੀ ਸੋਹਣੀ ਸੀ ਕਿ ਜੇ ਉਹਨੂੰ ਕੋਈ ਇੱਕ ਨਜ਼ਰ ਦੇਖ ਲੈਂਦਾ ਤਾਂ ਉਸ ਨਾਲ ਪਿਆਰ ਹੋ ਜਾਂਦਾ। ਕਿਸੇ ਪਰੀ ਤੋਂ ਘੱਟ ਨਹੀਂ ਸੀ। ਏਦਾਂ ਲੱਗਦਾ ਸੀ ਜਿੱਦਾਂ ਰੱਬ ਨੇ ਉਹਨੂੰ ਬਹਿ ਕੇ ਵਿਹਲੇ ਸਮੇਂ ਬਣਾਇਆ ਹੋਵੇ। ਮੈਂ ਆਪਣੀ ਪੜ੍ਹਾਈ ਤੋਂ ਫ੍ਰੀ ਹੋ ਚੁੱਕਿਆ ਸੀ ਤੇ ਨੌਕਰੀ ਨਾ ਮਿਲਣ ਕਰਕੇ ਜ਼ਿਆਦਾਤਰ ਮੁਹੱਲੇ ਵਿੱਚ ਇੱਧਰ-ਉੱਧਰ ਖੜ ਜਾਂਦਾ ਸੀ। ਇੱਕ ਦਿਨ ਰੇਖਾ ਕਾਲਜ ਦੇ ਲਈ ਨਿਕਲੀ ਤਾਂ ਮੈਂ ਰਸਤੇ ਵਿੱਚ ਹੀ ਉਸ ਨੂੰ ਰੋਕ ਲਿਆ ਤੇ ਉਸ ਨਾਲ ਗੱਲ ਕਰਕੇ ਦੇਖਿਆ ਕਿ ਕੀ ਕਹਿੰਦੀ ਹੈ। ਪਰ ਉਹ ਮੇਰੀ ਇਸ ਹਰਕਤ ਤੋਂ ਘਬਰਾ ਗਈ। ਮੈਂ ਸਿਰਫ ਉਸ ਦੇ ਭਰਾ ਦਾ ਨਾਂ ਲੈ ਕੇ ਉਸ ਤੋਂ ਪੁੱਛਿਆ ਸੀ। ਮੈਂ ਪੁੱਛਿਆ ਸੀ ਕਿ ਆਕਾਸ਼ ਅੱਜ-ਕੱਲ੍ਹ ਦਿਖਾਈ ਨਹੀਂ ਦਿੰਦਾ, ਕਿੱਥੇ ਗਿਆ ਹੈ? ਉਸ ਦੀ ਘਬਰਾਹਟ ਦੇਖ ਕੇ ਮੇਰੀ ਕੁਝ ਕਹਿਣ ਦੀ ਹਿੰਮਤ ਹੀ ਨਾ ਹੋਈ। ਉਹਨੂੰ ਇੰਨਾ ਜ਼ਿਆਦਾ ਘਬਰਾਇਆ ਦੇਖ ਕੇ ਮੈਨੂੰ ਸ਼ਰਮ ਆਉਣ ਲੱਗੀ ਸੀ। ਮੇਰੀ ਵਜ੍ਹਾ ਨਾਲ ਉਹ ਕਿੰਨੀ ਪਰੇਸ਼ਾਨ ਹੋ ਗਈ ਸੀ। ਹਾਲਾਂਕਿ ਮੇਰਾ ਪੱਕਾ ਇਰਾਦਾ ਸੀ ਕਿ ਮੈਂ ਆਪਣੇ ਪਿਆਰ ਦਾ ਇਜ਼ਹਾਰ ਕਰਾਂਗਾ। ਇੱਧਰ ਮੇਰੀ ਮਾਂ ਮੈਨੂੰ ਨੌਕਰੀ ਲੱਭਣ ਲਈ ਜ਼ੋਰ ਦੇ ਰਹੀ ਸੀ। ਉਹਨਾਂ ਦੀ ਇੱਕੋ ਜਿੱਦ ਸੀ ਕਿ ਜਲਦੀ ਨੌਕਰੀ ਲੱਭ ਤਾਂ ਜੋ ਤੇਰਾ ਵਿਆਹ ਕਰ ਦੇਵਾਂ। ਪਰ ਮੈਂ ਇਹ ਸਭ ਨਹੀਂ ਚਾਹੁੰਦਾ ਸੀ। ਸਭ ਦੋਸਤ ਕਹਿੰਦੇ ਸੀ ਕਿ ਵਿਆਹ ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੁੰਦੀ ਹੈ ਤੇ ਕੋਈ ਕਹਿੰਦਾ ਸੀ ਕਿ ਵੱਡੀ ਬਰਬਾਦੀ ਹੁੰਦੀ ਹੈ। ਇਨਸਾਨ ਆਪਣੇ ਬੱਚਿਆਂ ਤੇ ਘਰਵਾਲੀ ਵਿੱਚ ਫਸ ਕੇ ਰਹਿ ਜਾਂਦਾ ਹੈ। ਫਿਰ ਉਸ ਨੂੰ ਦੁਨੀਆ ਦਾ ਕੋਈ ਹੋਸ਼ ਨਹੀਂ ਰਹਿ ਜਾਂਦਾ। ਸਾਰੀ ਜ਼ਿੰਦਗੀ ਦੇ ਮਜ਼ੇ ਵਿਆਹ ਤੋਂ ਪਹਿਲਾਂ ਤੱਕ ਦੇ ਹੁੰਦੇ ਨੇ, ਬਾਅਦ ਵਿੱਚ ਤਾਂ ਸਜ਼ਾ ਹੀ ਮਿਲਦੀ ਹੈ। ਮੈਨੂੰ ਅੰਦਾਜ਼ਾ ਸੀ ਕਿ ਇਨਸਾਨ ਵਿਆਹ ਤੋਂ ਬਾਅਦ ਕਿੰਨਾ ਪਰੇਸ਼ਾਨ ਹੁੰਦਾ ਹੈ। ਮੈਂ ਆਪ ਦੇਖਿਆ ਸੀ ਕਿ ਮੇਰੇ ਦੋਨੋਂ ਭਰਾ ਵਿਆਹੇ ਸੀ ਤੇ ਕਿੱਦਾਂ ਆਪਣੀ ਘਰਵਾਲੀਆਂ ਤੇ ਬੱਚਿਆਂ ਵਿੱਚ ਫਸੇ ਰਹਿੰਦੇ ਸੀ। ਰੋਜ਼ ਭੱਜ-ਭੱਜ ਕੇ ਸਾਰੇ ਕੰਮ ਕਰਦੇ ਸੀ। ਖੈਰ, ਵਿਆਹ ਤਾਂ ਕਰਵਾਉਣਾ ਹੀ ਪੈਂਦਾ। ਜ਼ਿੰਦਗੀ ਇਕੱਲੇ ਨਹੀਂ ਕੱਟੀ ਜਾਂਦੀ, ਪਰ ਹਾਲੇ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ। ਮੇਰਾ ਖਿਆਲ ਕਿ ਰੇਖਾ ਦੀ ਪੜ੍ਹਾਈ ਪੂਰੀ ਹੋ ਜਾਵੇ ਤਾਂ ਮੈਂ ਆਪਣੀ ਮਾਂ ਨਾਲ ਗੱਲ ਕਰਕੇ ਉਸ ਨੂੰ ਮਨਾ ਲਵਾਂਗਾ ਤੇ ਉਸ ਨੂੰ ਆਪਣੀ ਪਸੰਦ ਦੱਸ ਦੇਵਾਂਗਾ। ਮਾਂ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਹੁੰਦੀ। ਸੋਚਦਾ ਸੀ ਪਹਿਲਾਂ ਰੇਖਾ ਦੀ ਪੜ੍ਹਾਈ ਪੂਰੀ ਹੋ ਜਾਵੇ ਤੇ ਮੇਰੀ ਨੌਕਰੀ ਵੀ ਲੱਗ ਜਾਵੇ। ਮੈਂ ਰੋਜ਼ ਆਪਣੀਆਂ ਫਾਈਲਾਂ ਉਠਾਉਂਦਾ ਤੇ ਵੱਖ-ਵੱਖ ਥਾਂ ਤੇ ਆਪਣੀ ਕਿਸਮਤ ਅਜ਼ਮਾਉਣ ਜਾਂਦਾ ਸੀ। ਉੱਥੇ ਮੇਰੇ ਵਰਗੇ ਹੋਰ ਵੀ ਨਾ ਜਾਣੇ ਕਿੰਨੇ ਮੁੰਡੇ ਕੁੜੀਆਂ ਆਪਣੇ ਸੁਪਨੇ ਸਜਾਈ ਬੈਠੇ ਹੁੰਦੇ ਸੀ। ਇੰਨੇ ਲੋਕਾਂ ਵਿੱਚੋਂ ਕਿਸੇ ਇੱਕ ਦੀ ਹੀ ਕਿਸਮਤ ਜਾਗਦੀ ਸੀ ਤੇ ਉਹ ਰੱਬ ਦਾ ਸ਼ੁਕਰ ਕਰਦਾ ਹੋਇਆ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਜਾਂਦਾ ਸੀ ਅਤੇ ਬਾਕੀ ਸਭ ਆਪਣਾ ਮੂੰਹ ਲਟਕਾ ਕੇ ਆਪਣੇ ਘਰ ਵਾਪਸ ਆ ਜਾਂਦੇ। ਹੁਣ ਤਾਂ ਇਹ ਰੋਜ਼ ਦਾ ਹੀ ਰੁਟੀਨ ਬਣ ਗਿਆ ਸੀ। ਆਪਣੀ ਫਾਈਲ ਲੈ ਕੇ ਘੰਟੇ-ਘੰਟੇ ਕਿਸੇ ਕੰਪਨੀ ਵਿੱਚ ਖੜੇ ਹੋ ਜਾਣਾ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਤੇ ਫਿਰ ਮੂੰਹ ਲੁਕਾ ਕੇ ਵਾਪਸ ਆ ਜਾਣਾ। ਫਿਰ ਕਿਸਮਤ ਨੂੰ ਕੋਸਣਾ ਕਿ ਇਹ ਸਭ ਮੇਰੇ ਨਾਲ ਹੀ ਹੁੰਦਾ ਸੀ। ਪਰ ਨਾ ਜਾਣੇ ਕਿੰਨੇ ਲੋਕ ਅਜਿਹੇ ਸੀ ਜੋ ਆਪਣੀ ਕਿਸਮਤ ਅਜ਼ਮਾਉਂਦੇ ਸੀ। ਮੈਂ ਰੇਖਾ ਨੂੰ ਕਾਲਜ ਜਾਂਦੇ ਦੇਖਦਾ ਤਾਂ ਠੰਡੇ ਹੌਕੇ ਭਰਦਾ ਸੀ, ਕਿਉਂਕਿ ਉਹ ਮੈਨੂੰ ਬਹੁਤ ਸੋਹਣੀ ਲੱਗਦੀ ਸੀ। ਸੋਚਦਾ ਕਿ ਮੈਨੂੰ ਕਦੋਂ ਨੌਕਰੀ ਮਿਲੂਗੀ ਤੇ ਕਦੋਂ ਮੈਂ ਆਪਣੀ ਮਾਂ ਨੂੰ ਰਿਸ਼ਤੇ ਲਈ
ਉਸ ਦੇ ਘਰ ਭੇਜਾਂਗਾ। ਮੇਰੇ ਘਰ ਤੋਂ 2 ਘਰ ਛੱਡ ਕੇ ਹੀ ਉਸ ਦਾ ਘਰ ਸੀ। ਰੇਖਾ ਦੇ ਘਰ ਦੇ ਨੇੜੇ ਸਾਡੇ ਮੁਹੱਲੇ ਦਾ ਇੱਕ ਮੁੰਡਾ ਰਹਿੰਦਾ ਸੀ। ਉਸ ਦਾ ਨਾਂ ਸਮੀਰ ਸੀ। ਉਹਦੇ ਨਾਲ ਜ਼ਿਆਦਾ ਦੋਸਤੀ ਨਹੀਂ ਸੀ, ਬਸ ਏਦਾਂ ਹੀ ਆਉਂਦੇ ਜਾਂਦੇ ਕਦੇ ਹੈਲੋ ਹਾਏ ਹੋ ਜਾਂਦੀ ਸੀ। ਫੁੱਟਬਾਲ ਦੀ ਟੀਮ ਵਿੱਚ ਹੋਣ ਕਰਕੇ ਇੱਕ ਦੂਜੇ ਨੂੰ ਅਸੀਂ ਕਦੇ ਨਾ ਕਦੇ ਮਿਲ ਹੀ ਲੈਂਦੇ ਸੀ। ਸੋਹਣਾ ਮੁੰਡਾ ਸੀ, ਗੋਰਾ ਚਿੱਟਾ, ਤੇ ਉਸ ਦੇ ਘੁੰਘਰਾਲੇ ਵਾਲ ਸੀ। ਉਹ ਵੀ ਨੌਕਰੀ ਦੀ ਤਲਾਸ਼ ਵਿੱਚ ਸੀ। ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ। ਮੈਂ ਹਮੇਸ਼ਾ ਨੋਟ ਕਰਦਾ ਸੀ ਕਿ ਉਹ ਵੀ ਰੇਖਾ ਨੂੰ ਉਸੇ ਨਜ਼ਰ ਨਾਲ ਦੇਖਦਾ ਜਿਸ ਨਜ਼ਰ ਨਾਲ ਮੈਂ ਉਸ ਨੂੰ ਦੇਖਦਾ ਸੀ। ਫਿਰ ਮੈਂ ਸੋਚਿਆ, ਹੋ ਸਕਦਾ ਹੈ ਮੇਰਾ ਵਹਿਮ ਹੋਵੇ, ਜਾਂ ਫਿਰ ਕਈ ਮੁੰਡਿਆਂ ਦੀ ਆਦਤ ਵੀ ਹੁੰਦੀ ਹੈ। ਅਕਸਰ ਮੈਂ ਇਹੀ ਸੋਚਦਾ ਕਿ ਮੁੰਡੇ ਤਾਂ ਆਉਂਦੇ ਜਾਂਦੇ ਲਗਭਗ ਹਰ ਮੁੰਡੇ ਨੂੰ ਆਦਤ ਹੁੰਦੀ ਹੈ ਕੁੜੀਆਂ ਨੂੰ ਦੇਖਣ ਦੀ। ਇਹ ਵੀ ਏਦਾਂ ਹੀ ਦੇਖਦਾ ਹੋਊਗਾ। ਇੱਕ ਦਿਨ ਮੈਂ ਮਹਿਸੂਸ ਕੀਤਾ ਕਿ ਜਦੋਂ ਰੇਖਾ ਉੱਥੋਂ ਜਾ ਰਹੀ ਸੀ ਤਾਂ ਮੁੰਡਾ ਉਸ ਨੂੰ ਦੇਖਦਾ ਸੀ ਤਾਂ ਰੇਖਾ ਵੀ ਉਸ ਵੱਲ ਦੇਖ ਕੇ ਮੁਸਕਰਾ ਰਹੀ ਸੀ। ਇੱਕ ਦੋ ਵਾਰੀ ਮੈਂ ਏਦਾਂ ਹੀ ਨੋਟਿਸ ਕਰ ਲਿਆ ਸੀ। ਉਹਦੇ ਬਾਅਦ ਮੈਂ ਖਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਹ ਸੱਚ ਵਿੱਚ ਹੀ ਦੋਨੋਂ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਉਂਦੇ ਸੀ। ਮੇਰੇ ਲਈ ਬਹੁਤ ਤਕਲੀਫ ਵਾਲੀ ਗੱਲ ਸੀ, ਪਰ ਮੈਂ ਬੇਬਸ ਸੀ, ਕੁਝ ਕਰ ਨਹੀਂ ਸਕਦਾ ਸੀ, ਕਿਉਂਕਿ ਰੇਖਾ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਸੀ ਤੇ ਮੈਂ ਕਿਸ ਰਿਸ਼ਤੇ ਦੇ ਨਾਲ ਉਹਨਾਂ ਦੇ ਵਿੱਚ ਆ ਜਾਂਦਾ। ਫਿਰ ਉਸ ਨੂੰ ਉਸ ਮੁੰਡੇ ਕੋਲ ਜਾਣ ਤੋਂ ਰੋਕਦਾ। ਆਪਣੇ ਘਰ ਜਾ ਕੇ ਆਪਣੇ ਕਮਰੇ ਵਿੱਚ ਮੈਂ ਸਾਰਾ ਦਿਨ ਇਹੀ ਸੋਚਦਾ ਰਹਿੰਦਾ ਅਤੇ ਸਕੀਮਾਂ ਘੜਦਾ ਰਹਿੰਦਾ ਕਿ ਕਿਸ ਤਰ੍ਹਾਂ ਰੇਖਾ ਨੂੰ ਆਪਣੇ ਦਿਲ ਦੀ ਗੱਲ ਦੱਸਾਂ ਤੇ ਉਸ ਮੁੰਡੇ ਤੋਂ ਪਿੱਛਾ ਛਡਾਵਾਂ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇੱਕ ਨੌਕਰੀ ਦੀ ਸਮੱਸਿਆ ਸੀ ਤੇ ਦੂਜਾ ਮੇਰੀ ਮੁਹੱਬਤ ਮੈਥੋਂ ਦੂਰ ਜਾਂਦੀ ਦਿਖਾਈ ਦੇ ਰਹੀ ਸੀ। ਮੇਰੀ ਪਰੇਸ਼ਾਨੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਕੀ ਕਰਾਂ? ਮੈਨੂੰ ਕੀ ਕਰਨਾ ਚਾਹੀਦਾ ਹੈ? ਆਪਣੀ ਦਿਨ ਰਾਤ ਦੀ ਸੋਚ ਤੋਂ ਮੈਂ ਪਰੇਸ਼ਾਨ ਰਹਿਣ ਲੱਗ ਗਿਆ ਸੀ। ਹੁਣ ਮੇਰੇ ਘਰ ਵਾਲਿਆਂ ਦੀ ਨੀਂਦ ਵੀ ਮੇਰੇ ਕਰਕੇ ਖਰਾਬ ਹੁੰਦੀ ਸੀ। ਉਹ ਮੈਨੂੰ ਪੁੱਛਦੇ ਕਿ ਆਖਰ ਗੱਲ ਕੀ ਹੈ? ਤੂੰ ਇੰਨਾ ਪਰੇਸ਼ਾਨ ਕਿਉਂ ਰਹਿੰਦਾ ਹੈ? ਜੋ ਗੱਲ ਹੈ ਉਹ ਸਾਨੂੰ ਦੱਸ। ਪਰ ਮੈਂ ਟਾਲ ਦਿੰਦਾ ਸੀ ਤੇ ਨੌਕਰੀ ਦਾ ਕਹਿ ਕੇ ਚੁੱਪ ਕਰਾ ਦਿੰਦਾ ਸੀ ਕਿ ਨੌਕਰੀ ਨਹੀਂ ਮਿਲ ਰਹੀ। ਪਰ ਮੇਰੀ ਅਸਲੀ ਜਿਹੜੀ ਸਮੱਸਿਆ ਸੀ ਉਹ ਮੈਂ ਹਾਲੇ ਦੱਸਣਾ ਨਹੀਂ ਸੀ ਚਾਹੁੰਦਾ। ਪਰ ਕਦ ਤੱਕ? ਆਖਰ ਇੱਕ ਦਿਨ ਮੈਂ ਆਪਣੀ ਵੱਡੀ ਭਾਬੀ ਦੇ ਕਮਰੇ ਵਿੱਚ ਆਇਆ ਤੇ ਉਹਨਾਂ ਨੇ ਮੈਨੂੰ ਬਹੁਤ ਦਿਲਾਸਾ ਦਿੱਤਾ ਤੇ ਮੈਂ ਉਹਨਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਤੇ ਫਿਰ ਮੈਂ ਉਹਨਾਂ ਦੇ ਸਾਹਮਣੇ ਰੇਖਾ ਦੀ ਗੱਲ ਕੀਤੀ। ਉਹਨਾਂ ਨੂੰ ਸਭ ਕੁਝ ਦੱਸ ਦਿੱਤਾ। ਕਿਹਾ ਕਿ ਮੈਂ ਰੇਖਾ ਨੂੰ ਪਿਆਰ ਕਰਦਾ ਹਾਂ, ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਮੈਂ ਕਿਹਾ ਕਿ ਭਾਬੀ ਮੈਨੂੰ ਨੌਕਰੀ ਨਹੀਂ ਮਿਲ ਰਹੀ, ਨਹੀਂ ਤਾਂ ਮੈਂ ਹੁਣ ਤੱਕ ਉਸ ਦੇ ਘਰ ਰਿਸ਼ਤਾ ਭੇਜ ਦਿੱਤਾ ਹੁੰਦਾ। ਮੇਰੀ ਭਾਬੀ ਨੇ ਮੈਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਤੈਨੂੰ ਨੌਕਰੀ ਮਿਲ ਜਾਵੇਗੀ। ਤੇ ਮੇਰੇ ਭਰਾ ਨੇ ਕਿਹਾ ਕਿ ਮੈਂ ਤੇ ਤੇਰੀ ਭਾਬੀ ਨੂੰ ਕਹਾਂਗਾ ਕਿ ਉਹ ਮੇਰੇ ਨਾਲ ਉਸ ਦੇ ਘਰ ਚੱਲੇ ਤੇ ਉਸ ਦੀ ਮੰਮੀ ਨੂੰ ਇਹ ਖੁਸ਼ਖਬਰੀ ਦਿਓ। ਗੱਲਾਂ-ਗੱਲਾਂ ਵਿੱਚ ਉਹਨਾਂ ਨੇ ਉਹਨੂੰ ਦੱਸਿਆ ਕਿ ਅਸੀਂ ਰੇਖਾ ਦਾ ਰਿਸ਼ਤਾ ਜੋੜਨਾ ਚਾਹੁੰਦੇ ਹਾਂ। ਪਹਿਲਾਂ ਤਾਂ ਭਾਬੀ ਮੰਨ ਨਹੀਂ ਰਹੀ ਸੀ, ਪਰ ਫਿਰ ਮੇਰੇ ਵਾਰ-ਵਾਰ ਕਹਿਣ ਤੇ ਉਹ ਮੰਨ ਗਈ। ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਬਹੁਤ ਖੁਸ਼ ਸੀ। ਏਦਾਂ ਲੱਗ ਰਿਹਾ ਸੀ ਕਿ ਚੀਕ-ਚੀਕ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਾਂ। ਮੈਂ ਛੱਤ ਤੇ ਜਾ ਕੇ ਇੱਕ ਲੰਬੀ ਸਾਹ ਲਈ। ਇਸ ਦੌਰਾਨ ਮੇਰੀ ਨਜ਼ਰ ਸਾਹਮਣੇ ਵਾਲੀ ਘਰ ਦੀ ਛੱਤ ਤੇ ਖੜੀ ਉਸ ਮੁੰਡੇ ਤੇ ਪਈ ਜੋ ਮੇਰੇ ਖਿਆਲ ਵਿੱਚ ਉਹ ਰੇਖਾ ਦੇ ਨਾਲ ਸੀ। ਮੇਰਾ ਸਾਹ ਉੱਥੇ ਹੀ ਰੁਕ ਗਿਆ। ਮੇਰੀ ਅੱਖਾਂ ਵਿੱਚ ਨਫ਼ਰਤ ਤੇ ਦਿਮਾਗ ਵਿੱਚ ਗੁੱਸਾ ਭਰ ਗਿਆ, ਕਿਉਂਕਿ ਉਹ ਪੂਰੇ ਧਿਆਨ ਨਾਲ ਰੇਖਾ ਦੇ ਨਾਲ ਹੀ ਇਸ਼ਾਰਿਆਂ ਵਿੱਚ ਕੁਝ ਗੱਲਾਂ ਕਰ ਰਿਹਾ ਸੀ ਤੇ ਉਹ ਆਪਣੇ ਵਿਹੜੇ ਵਿੱਚ ਖੜੀ ਸੀ। ਜਦੋਂ ਮੈਂ ਰੇਖਾ ਵੱਲ ਦੇਖਿਆ ਤਾਂ ਉਹ ਕਮਰੇ ਵਿੱਚ ਚਲੀ ਗਈ ਤੇ ਮੈਂ ਉਸ ਮੁੰਡੇ ਨੂੰ ਘੂਰਨ ਲੱਗਾ। ਉਸ ਤੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਮਨ ਹੀ ਮਨ ਵਿੱਚ ਮੈਂ ਬੋਲ ਰਿਹਾ ਸੀ ਕਿ ਤੈਨੂੰ ਛੱਡਾਂਗਾ ਨਹੀਂ। ਥੋੜ੍ਹਾ ਚਿਰ ਬਾਅਦ ਉਹ ਨੀਚੇ ਉਤਰ ਗਿਆ। ਫਿਰ ਮੈਂ ਸੋਚਣ ਲੱਗਾ ਗਿਆ ਕਿ ਹੁਣ ਮੈਂ ਕੀ ਕਰਾਂ। ਇਸ ਤੋਂ ਪਹਿਲਾਂ ਕਿ ਪਾਣੀ ਸਿਰ ਤੋਂ ਉੱਚਾ ਹੋ ਜਾਏ, ਮੈਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਇਹੀ ਸੋਚਦੇ ਹੋਏ ਮੈਂ ਨੀਚੇ ਆ ਗਿਆ ਸੀ। ਅਸੀਂ ਸਭ ਨੇ ਰੋਟੀ ਖਾਈ। ਫਿਰ ਮੈਂ ਭਾਬੀ ਨੂੰ ਸਾਰੀ ਗੱਲ ਦੱਸੀ ਤੇ ਭਾਬੀ ਨੂੰ ਕਿਹਾ ਕਿ ਮੰਮੀ ਨਾਲ ਗੱਲ ਕਰੋ, ਉਹਨਾਂ ਨੂੰ ਇਸ ਰਿਸ਼ਤੇ ਲਈ ਤਿਆਰ ਕਰੋ। ਜਿਵੇਂ ਵੀ ਜਲਦੀ ਤੋਂ ਜਲਦੀ ਵਿਆਹ ਕਰਵਾਉਣਾ ਚਾਹੁੰਦਾ ਹਾਂ। ਭਾਬੀ ਨੇ ਮੈਨੂੰ ਤਸੱਲੀ ਦਿੱਤੀ। ਕਿਹਾ ਕਿ ਅੱਜ ਹੀ ਮੈਂ ਮੰਮੀ ਨੂੰ ਤੇਰੀ ਪਸੰਦ ਬਾਰੇ ਦੱਸਾਂਗੀ ਤੇ ਜਲਦੀ ਹੀ ਇਸ ਸਮੱਸਿਆ ਦਾ ਕੋਈ ਹੱਲ ਕੱਢਦੇ ਹਾਂ।
ਭਾਬੀ ਨੇ ਕਿਹਾ ਕਿ ਤੂੰ ਆਪਣੇ ਆਪ ਨੂੰ ਸ਼ਾਂਤ ਰੱਖ ਤੇ ਉਸ ਮੁੰਡੇ ਨੂੰ ਇਗਨੋਰ ਕਰ। ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਡਰ ਗਿਆ ਸੀ ਕਿ ਕਿਤੇ ਉਹ ਮੁੰਡਾ ਮੇਰੇ ਤੋਂ ਪਹਿਲਾਂ ਮੇਰੀ ਰੇਖਾ ਨੂੰ ਨਾ ਲੈ ਜਾਏ। ਮੇਰੀ ਚਿੰਤਾ ਦੇਖ ਕੇ ਭਾਬੀ ਨੇ ਸਾਰੀ ਗੱਲ ਮੇਰੀ ਮੰਮੀ ਨੂੰ ਦੱਸੀ, ਪਰ ਮੇਰੀ ਮਾਂ ਨਹੀਂ ਮੰਨੀ। ਮਾਂ ਨੇ ਕਿਹਾ ਕਿ ਹਾਲੇ ਤਾਂ ਨੌਕਰੀ ਵੀ ਨਹੀਂ ਲੱਗੀ। ਮਹੱਲੇਦਾਰ ਨੇ ਗੱਲ ਨਾ ਬਣੀ ਤਾਂ ਲੋਕ ਕੀ ਕਹਿਣਗੇ ਕਿ ਜ਼ਰੂਰ ਇਹਨਾਂ ਦੀ ਪਹਿਲਾਂ ਹੀ ਸੈਟਿੰਗ ਸੀ। ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਭਾਬੀ ਨੇ ਮਾਂ ਨੂੰ ਤਿਆਰ ਕਰ ਲਿਆ ਤੇ ਫਿਰ ਮੇਰੀ ਮਾਂ ਤੇ ਭਾਬੀ ਰਿਸ਼ਤਾ ਲੈ ਕੇ ਰੇਖਾ ਦੇ ਘਰ ਗਏ। ਉਦੋਂ ਤੱਕ ਮੈਂ ਉਸ ਦੇ ਘਰ ਵਿੱਚ ਸੀ ਤੇ ਬੇਚੈਨੀ ਨਾਲ ਇੱਧਰ-ਉੱਧਰ ਟਹਿਲ ਰਿਹਾ ਸੀ ਤੇ ਦਿਲ ਹੀ ਦਿਲ ਵਿੱਚ ਪ੍ਰਮਾਤਮਾ ਨੂੰ ਪ੍ਰਾਰਥਨਾ ਕਰ ਰਿਹਾ ਸੀ ਕਿ ਪ੍ਰਮਾਤਮਾ ਕਰੇ ਉਸ ਦੀ ਮਾਂ ਮੰਨ ਜਾਵੇ, ਕੋਈ ਪਰੇਸ਼ਾਨੀ ਨਾ ਹੋਵੇ। ਕੋਈ 2-3 ਘੰਟੇ ਬਾਅਦ ਉਹ ਦੋਨੋਂ ਰੇਖਾ ਦੇ ਘਰ ਤੋਂ ਵਾਪਸ ਆ ਗਈਆਂ ਸੀ। ਮੈਂ ਜਲਦੀ-ਜਲਦੀ ਸਾਹਮਣੇ ਗਿਆ ਤੇ ਮੈਨੂੰ ਦੇਖ ਕੇ ਦੱਸਣ ਦੀ ਕਿ ਕੋਈ ਖੁਸ਼ਖਬਰੀ ਹੈ ਜਾਂ ਨਹੀਂ, ਪਰ ਉਹ ਦੋਨੋਂ ਮੇਰੀ ਤਰਫ ਦੇਖ ਕੇ ਅੰਦਰ ਚਲੀਆਂ ਗਈਆਂ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ। ਕਈ ਤਰ੍ਹਾਂ ਦੇ ਖਿਆਲ 1 ਮਿੰਟ ਦੇ ਅੰਦਰ ਹੀ ਦਿਮਾਗ ਦੇ ਵਿੱਚ ਚੱਕਰ ਲਾਉਣ ਲੱਗੇ, ਮੈਨੂੰ ਪਰੇਸ਼ਾਨ ਕਰਨ ਲੱਗੇ। ਮੈਨੂੰ ਲੱਗ ਰਿਹਾ ਸੀ ਕਿ ਗੱਲ ਨਹੀਂ ਬਣੀ। ਮਹਿਸੂਸ ਹੋਇਆ ਤੇ ਪਿਛਲੇ ਕਮਰੇ ਵਿੱਚ ਹੀ ਗਿਆ, ਜਿੱਥੇ ਮਾਂ ਤੇ ਭਾਬੀ ਸੀ। ਮਾਂ ਤੇ ਭਾਬੀ ਦੇ ਚਿਹਰੇ ਨੂੰ ਧਿਆਨ ਨਾਲ ਦੇਖਣ ਲੱਗਾ। ਪਹਿਲਾਂ ਤਾਂ ਉਹ ਮੂੰਹ ਨੀਚੇ ਕਰਕੇ ਬੈਠੀਆਂ ਰਹੀਆਂ, ਫਿਰ ਉਹਨਾਂ ਨੇ ਮੇਰੇ ਵੱਲ ਦੇਖਿਆ ਤੇ ਅਚਾਨਕ ਉਹਨਾਂ ਦੀ ਹਾਸੀ ਨਿਕਲ ਗਈ। ਮੈਂ ਹੈਰਾਨ ਤੇ ਪਰੇਸ਼ਾਨ ਸੀ। 2 ਮਿੰਟ ਤੱਕ ਉਹਨਾਂ ਵੱਲ ਦੇਖਦਾ ਰਿਹਾ। ਫਿਰ ਉਹਨਾਂ ਨੇ ਮੇਰੀ ਹਾਲਤ ਤੇ ਤਰਸ ਖਾ ਕੇ ਮੈਨੂੰ ਦੱਸਿਆ ਕਿ ਉਹ ਇਸ ਰਿਸ਼ਤੇ ਤੋਂ ਰਾਜ਼ੀ ਨੇ। ਰੇਖਾ ਦੀ ਮਾਂ ਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ। ਮੈਂ ਖੁਸ਼ੀ ਨਾਲ ਮਾਰਨ ਲੱਗਾ। ਭਾਬੀ ਨੇ ਕਿਹਾ, ਹਾਂ ਭਾਈ, ਖੁਸ਼ ਹੋ ਜਾ, ਤੇਰਾ ਕੰਮ ਹੋ ਗਿਆ। ਇੰਨੇ 'ਚ ਬਾਕੀ ਘਰ ਵਾਲੇ ਆ ਗਏ। ਸਭ ਨੇ ਮੈਨੂੰ ਵਧਾਈ ਦਿੱਤੀ ਤੇ ਮੈਨੂੰ ਬਹੁਤ ਤੰਗ ਕੀਤਾ। ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਖੁਸ਼ ਕਿੱਦਾਂ ਨਾ ਹੁੰਦਾ। ਮੇਰੀ ਪਹਿਲੀ ਮੁਹੱਬਤ ਮੈਨੂੰ ਮਿਲਣ ਵਾਲੀ ਸੀ, ਪਰ ਦਿਲ ਵਿੱਚ ਇੱਕ ਖਿਆਲ ਇਹ ਵੀ ਸੀ ਕਿ ਕਿਤੇ ਰੇਖਾ ਨੂੰ ਤਾਂ ਕੋਈ ਇਤਰਾਜ਼ ਨਾ ਹੋਵੇ। ਮੈਂ ਹੌਲੀ ਦੇ ਕੇ ਭਾਬੀ ਨੂੰ ਪੁੱਛਿਆ ਕਿ ਰੇਖਾ ਦੀ ਮੰਮੀ ਨੇ ਆਪਣੀ ਕੁੜੀ ਨੂੰ ਪੁੱਛਿਆ ਜਾਂ ਨਹੀਂ ਕਿ ਉਹ ਵਿਆਹ ਲਈ ਤਿਆਰ ਵੀ ਹੈ। ਭਾਬੀ ਨੇ ਦੱਸਿਆ ਕਿ ਜ਼ਾਹਰ ਜੀ ਗੱਲ ਹੈ, ਰੇਖਾ ਦੀ ਮਾਂ ਬਿਨਾਂ ਰੇਖਾ ਦੀ ਮਰਜ਼ੀ ਤੋਂ ਰਿਸ਼ਤਾ ਤੈਅ ਨਹੀਂ ਕਰਦੀ। ਫਿਰ ਰੇਖਾ ਚਾਹ ਬਣਾ ਕੇ ਵੀ ਲਿਆਈ ਸੀ ਤੇ ਜਦੋਂ ਮੰਮੀ ਨੇ ਉਸ ਨੂੰ ਰਿਸ਼ਤੇ ਦੀ ਵਧਾਈ ਦਿੱਤੀ ਤਾਂ ਉਹ ਚੁੱਪ ਸੀ, ਹਲਕੀ ਜਿਹੀ ਮੁਸਕਰਾ ਰਹੀ ਸੀ। ਮਤਲਬ ਕਿ ਮਾਂ ਧੀ ਦੇ ਵਿੱਚ ਜ਼ਰੂਰ ਗੱਲ ਹੋਈ ਹੋਣੀ, ਉਹਨੂੰ ਪੁੱਛ ਕੇ ਹੀ ਹਾਂ ਕੀਤੀ ਹੋਣੀ। ਇਹ ਸਭ ਸੁਣ ਕੇ ਮੈਨੂੰ ਸਕੂਨ ਮਿਲਿਆ। ਮੈਨੂੰ ਏਦਾਂ ਲੱਗ ਰਿਹਾ ਸੀ ਜਿੱਦਾਂ ਮੈਂ ਕੋਈ ਕਿਲ੍ਹਾ ਜਿੱਤ ਲਿਆ ਹੋਵੇ। ਸਾਹਮਣੇ ਵਾਲੇ ਮੁੰਡੇ ਤੋਂ ਮੈਂ ਬਾਜੀ ਮਾਰ ਲਈ ਸੀ। ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਸਭ ਗੱਲਾਂ ਕਰਨ ਲੱਗੇ, ਕਦੋਂ ਵਿਆਹ ਦਾ ਦਿਨ ਰੱਖਿਆ ਜਾਵੇ, ਵਿਆਹ ਵਿੱਚ ਇਹ ਕਰਾਂਗੇ, ਉਹ ਕਰਾਂਗੇ, ਨਾਲ ਹੀ ਮੈਨੂੰ ਹੀ ਛੇੜ ਰਹੇ ਸੀ। ਇੱਕ ਹੰਗਾਮਾ ਜਿਹਾ ਮਚ ਗਿਆ ਸੀ ਘਰ ਵਿੱਚ। ਅਗਲੀ ਸਵੇਰ ਤਿਆਰ ਹੋ ਕੇ ਮੈਂ ਆਫਿਸ ਅਤੇ ਰੇਖਾ ਦੇ ਦਰਵਾਜ਼ੇ ਤੇ ਨਜ਼ਰ ਮਾਰੀ ਕਿ ਕਿਤੇ ਸ਼ਾਇਦ ਨਜ਼ਰ ਆ ਜਾਵੇ, ਕਿਤੇ ਮਿਲ ਹੀ ਜਾਵੇ। ਮੈਂ ਉਹਦੀ ਮਰਜ਼ੀ ਜਾਣਨੀ ਸੀ। ਮੈਂ ਆਪਣੇ ਕੰਨਾਂ ਨਾਲ ਉਸ ਤੋਂ ਸੁਣਨਾ ਚਾਹੁੰਦਾ ਸੀ, ਪਰ ਉਹ ਮੈਨੂੰ ਨਜ਼ਰ ਨਹੀਂ ਆਈ। ਦਿਨ ਗੁਜ਼ਰਦੇ ਜਾ ਰਹੇ ਸੀ। ਫਿਰ ਇੱਕ ਦਿਨ ਸਭ ਨੇ ਕਿਹਾ, ਰੇਖਾ ਦੀ ਮਾਂ ਨੇ ਵਿਆਹ ਦੀ ਤਰੀਕ ਮੰਗ ਲਈ ਹੈ। ਸਭ ਨੇ ਫੈਸਲਾ ਕੀਤਾ ਕਿ ਅੱਜ ਸ਼ਾਮ ਮਾਂ ਤੇ ਦੋਨੋਂ ਭਾਬੀਆਂ ਜਾ ਕੇ ਰੇਖਾ ਦੀ ਮਾਂ ਤੋਂ ਵਿਆਹ ਦੀ ਤਰੀਕ ਲੈ ਆਉਣਗੀਆਂ। ਭਾਬੀ ਨੇ ਫੋਨ ਕਰਕੇ ਉਸ ਦੀ ਮੰਮੀ ਨੂੰ ਦੱਸ ਦਿੱਤਾ ਕਿ ਅੱਜ ਸ਼ਾਮ ਨੂੰ ਤਰੀਕ ਲੈਣ ਲਈ ਆ ਰਹੇ ਹਾਂ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ। ਸਭ ਬਹੁਤ ਖੁਸ਼ ਸੀ। ਸ਼ਾਮ ਨੂੰ ਮੰਮੀ ਤੇ ਦੋਨੋਂ ਭਾਬੀਆਂ ਉਹਨਾਂ ਦੇ ਘਰ ਚਲੇ ਗਏ। ਅਸੀਂ ਸਾਰੇ ਇਸੇ ਇੰਤਜ਼ਾਰ 'ਚ ਸੀ ਕਿ ਕਦੋਂ ਵਾਪਸ ਆਉਣਗੇ ਤੇ ਵਿਆਹ ਦੀ ਤਰੀਕ ਦਾ ਪਤਾ ਚੱਲੇ ਕਿ ਕਿਹੜੀ ਤੈਅ ਹੋਈ ਹੈ, ਫਿਰ ਅਸੀਂ ਤਿਆਰੀ ਸ਼ੁਰੂ ਕਰੀਏ। ਮੈਨੂੰ ਬਹੁਤ ਜ਼ਿਆਦਾ ਬੇਚੈਨੀ ਸੀ। 3 ਘੰਟੇ ਬਾਅਦ ਮਾਂ ਤੇ ਦੋਨੋਂ ਭਾਬੀਆਂ ਵਾਪਸ ਆ ਗਏ। ਅਸੀਂ ਸਾਰੇ ਉਹਨਾਂ ਦੇ ਆਲੇ-ਦੁਆਲੇ ਬੈਠ ਗਏ ਕਿ ਪਤਾ ਚੱਲੇ ਕਿ 2 ਮਹੀਨੇ ਬਾਅਦ ਵਿਆਹ ਦੀ ਤਰੀਕ ਤੈਅ ਹੋਈ ਹੈ। ਸਭ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ। ਮਠਿਆਈ ਮੰਗਾ ਕੇ ਸਭ ਦਾ ਮੂੰਹ ਮਿੱਠਾ ਕੀਤਾ ਗਿਆ। ਮੈਂ ਉਸ ਦਿਨ ਬਹੁਤ ਖੁਸ਼ ਸੀ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਸਭ ਆਪਣੀ ਸ਼ਾਪਿੰਗ ਦੀ ਲਿਸਟ ਤਿਆਰ ਕਰਨ ਲੱਗੇ, ਆਪਣੇ-ਆਪਣੇ ਕੱਪੜਿਆਂ ਦੀਆਂ ਗੱਲਾਂ ਕਰਨ ਲੱਗੇ ਤੇ ਮੈਂ ਅੰਦਰੋਂ ਸਕੂਨ ਮਹਿਸੂਸ ਕਰ ਰਿਹਾ ਸੀ। ਮੈਂ ਆਪਣਾ ਪੂਰਾ ਧਿਆਨ ਆਪਣੀ ਨੌਕਰੀ ਤੇ ਲਗਾ ਚੁੱਕਿਆ ਸੀ। ਬਹੁਤ ਜ਼ਿਆਦਾ ਮਿਹਨਤ ਕਰਨ ਲੱਗ ਗਿਆ ਸੀ।
ਮੈਂ ਚਾਹੁੰਦਾ ਸੀ ਕਿ ਵਿਆਹ ਤੋਂ ਪਹਿਲਾਂ ਮੈਂ ਆਪਣੇ ਬੌਸ ਦਾ ਦਿਲ ਜਿੱਤ ਲਵਾਂ। ਉਸ ਦਿਨ ਤੋਂ ਬਾਅਦ ਮੈਨੂੰ ਰੇਖਾ ਨਜ਼ਰ ਨਹੀਂ ਆਈ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਨਹੀਂ ਮਿਲੀ। ਪਰ ਮੈਨੂੰ ਇਹ ਸਕੂਨ ਸੀ ਕਿ ਉਸ ਦਾ ਨਾਮ ਮੇਰੇ ਨਾਲ-ਨਾਲ ਜੁੜ ਗਿਆ ਹੈ। ਘਰ ਵਾਲੇ ਵਿਆਹ ਦੀਆਂ ਤਿਆਰੀਆਂ 'ਚ ਲੱਗੇ ਸੀ। ਦਿਨ ਤੇਜ਼ੀ ਨਾਲ ਬੀਤਦੇ ਜਾ ਰਹੇ ਸੀ। ਘਰ ਵਿੱਚ ਇੱਕ ਹਲਚਲ ਮੱਚੀ ਹੋਈ ਸੀ। ਸਮਾਂ ਬੀਤ ਰਿਹਾ ਸੀ, ਪਤਾ ਨਹੀਂ ਚੱਲ ਰਿਹਾ ਸੀ। ਦਿਨ ਨੇੜੇ-ਨੇੜੇ ਆ ਰਹੇ ਸੀ। ਮੇਰੇ ਲਈ ਵਿਆਹ ਦੀ ਡਰੈਸ ਪਸੰਦ ਕੀਤੀ ਗਈ ਤੇ ਦੁਲਹਨ ਦੇ ਲਈ ਵੀ ਕੱਪੜੇ ਤਿਆਰ ਹੋ ਰਹੇ ਸੀ। ਸਭ ਦੇ ਚਿਹਰੇ 'ਤੇ ਖੁਸ਼ੀ ਸੀ। ਭਾਬੀ ਤੇ ਭੈਣਾਂ ਨੇ ਢੋਲਕ ਰੱਖ ਲਈ ਸੀ। ਦੁਪਹਿਰ ਤੱਕ ਸ਼ਾਪਿੰਗ ਕਰਦੀਆਂ ਤੇ ਰਾਤ ਨੂੰ ਕੰਮਾਂ ਤੋਂ ਫ੍ਰੀ ਹੋ ਕੇ ਢੋਲਕ ਲੈ ਕੇ ਬਹਿ ਜਾਂਦੀਆਂ ਤੇ ਗਾਣਾ ਬਜਾਣਾ ਕਰਦੀਆਂ। ਉਹਨਾਂ ਗੀਤਾਂ ਵਿੱਚੋਂ ਛੇੜਖਾਨੀ ਕਰਦੀਆਂ, ਸ਼ਰਾਰਤਾਂ ਕਰਦੀਆਂ। ਮਹਿੰਦੀ ਵਾਲੇ ਦਿਨ ਮੇਰੇ ਹੱਥਾਂ 'ਤੇ ਮਹਿੰਦੀ ਲੱਗੀ ਸੀ। ਬਹੁਤ ਰੌਣਕ ਸੀ, ਕੋਈ ਵੀ ਸੌਣ ਲਈ ਤਿਆਰ ਨਹੀਂ ਸੀ। ਸਭ ਆਪਣੀ-ਆਪਣੀ ਮਸਤੀ ਵਿੱਚ ਮਸਤ ਸੀ। ਅਗਲੀ ਸਵੇਰ ਮੈਂ ਦੁਲਹਾ ਬਣਨਾ ਸੀ, ਉਹ ਵੀ ਆਪਣੀ ਪਸੰਦ ਦੀ ਕੁੜੀ ਲਈ। ਇਹ ਸੋਚ ਕੇ ਮੇਰੇ ਦਿਲ ਵਿੱਚ ਗੁਦਗੁਦੀ ਹੋ ਰਹੀ ਸੀ। ਸਾਰੀਆਂ ਤਿਆਰੀਆਂ ਪੂਰੀਆਂ ਸੀ। ਅੱਧੀ ਰਾਤ ਤੋਂ ਬਾਅਦ ਪਤਾ ਨਹੀਂ ਮਾਂ ਦੀਆਂ ਝਿੜਕਾਂ ਖਾਣ ਤੋਂ ਬਾਅਦ ਸੌਣ ਲਈ ਸਾਰੇ ਤਿਆਰ ਹੋਏ ਤਾਂ ਜੋ ਸਵੇਰੇ ਫੰਕਸ਼ਨ ਦੀ ਤਿਆਰੀ ਇੱਕਦਮ ਫਰੈਸ਼ ਹੋ ਕੇ ਹੋ ਸਕੇ। ਸਵੇਰੇ ਸਾਰੇ ਜਲਦੀ ਉੱਠ ਗਏ ਸੀ, ਬਰਾਤ ਦੀ ਤਿਆਰੀ ਕਰਨ ਲੱਗੇ। ਟੈਂਟ ਲੱਗ ਚੁੱਕਾ ਸੀ। ਮੈਂ ਟਹਿਲਦਾ ਹੋਇਆ ਬਾਹਰ ਆਇਆ ਸੀ। ਰੇਖਾ ਦੇ ਘਰ ਵੱਲ ਦੇਖ ਰਿਹਾ ਸੀ ਪਰ ਉੱਥੇ ਬਹੁਤ ਖਾਮੋਸ਼ੀ ਸੀ, ਪਤਾ ਨਹੀਂ ਕਿਉਂ। 3-4 ਦਿਨ ਪਹਿਲਾਂ ਤਾਂ ਉੱਥੇ ਰੌਣਕ ਸੀ, ਲੇਕਿਨ ਅੱਜ ਉੱਥੇ ਬਹੁਤ ਖਾਮੋਸ਼ੀ ਸੀ। ਮੈਂ ਭਾਬੀ ਨੂੰ ਕਿਹਾ ਕਿ ਜਾ ਕੇ ਪਤਾ ਕਰੇ। ਸਭ ਤਿਆਰੀਆਂ ਹੋ ਗਈਆਂ ਪਰ ਭਾਬੀ ਨੇ ਮੈਨੂੰ ਚੁੱਪ ਕਰਾ ਦਿੱਤਾ ਤੇ ਕੁਝ ਦੇਰ 'ਚ ਤੇਰਾ ਵਿਆਹ ਹੋਣ ਵਾਲਾ ਹੈ, ਜ਼ਿਆਦਾ ਉਤਾਵਲਾ ਨਾ ਹੋ। ਪਰ ਮੈਂ ਜਿੱਦ ਕੀਤੀ ਤੇ ਭਾਬੀ ਨੂੰ ਰੇਖਾ ਦੇ ਘਰ ਭੇਜ ਦਿੱਤਾ। ਮੇਰੀ ਜਿੱਦ ਨੂੰ ਦੇਖਦੇ ਹੋਏ ਭਾਬੀ ਚਲੀ ਗਈ ਸੀ। ਥੋੜ੍ਹੀ ਦੇਰ ਬਾਅਦ ਮੈਂ ਦੇਖਿਆ ਕਿ ਭਾਬੀ ਦੇ ਚਿਹਰੇ 'ਤੇ ਕੁਝ ਪਰੇਸ਼ਾਨੀ ਸੀ। ਜਿਸ ਖੁਸ਼ੀ ਨਾਲ ਉਹ ਗਈ ਸੀ, ਵਾਪਸ ਉਹ ਖੁਸ਼ੀ ਗਾਇਬ ਹੋ ਚੁੱਕੀ ਸੀ। ਉਹਨਾਂ ਦੇ ਚਿਹਰੇ 'ਤੇ ਚਿੰਤਾ ਸੀ। ਮਾਂ ਨੇ ਉਸ ਨੂੰ ਪੁੱਛਿਆ, ਕੀ ਹੋਇਆ? ਤੇਰਾ ਚਿਹਰਾ ਕਿਉਂ ਉਤਰਿਆ ਹੋਇਆ ਹੈ? ਮੈਂ ਵੀ ਭਾਬੀ ਕੋਲ ਪਹੁੰਚ ਗਿਆ ਸੀ। ਮੈਂ ਕਿਹਾ, ਭਾਬੀ ਸਭ ਠੀਕ ਤਾਂ ਹੈ ਨਾ? ਭਾਬੀ ਚੁੱਪਚਾਪ ਮੇਰੇ ਵੱਲ ਦੇਖ ਰਹੀ ਸੀ। ਮਾਂ ਨੇ ਫੇਰ ਪੁੱਛਿਆ, ਕੀ ਤੂੰ ਚੁੱਪ ਕਿਉਂ ਹੈ? ਹੌਲੀ ਨਾਲ ਬੋਲੀ ਮਾਂ, ਜਦੋਂ ਮੈਂ ਕੁੜੀ ਵਾਲਿਆਂ ਦੇ ਘਰ ਗਈ ਤਾਂ ਉਸ ਦੇ ਆਸ ਸੀਗੇ ਤੇ ਉਸ ਦੀ ਮਾਂ ਰੋ ਰਹੀ ਸੀ। ਘਰ ਵਿੱਚ ਬਹੁਤ ਪਰੇਸ਼ਾਨ ਸੀ। ਮੈਂ ਹੈਰਾਨੀ ਨਾਲ ਉਹਨਾਂ ਵੱਲ ਵੇਖਿਆ ਕਿ ਸੋਚਿਆ, ਧੀ ਦੀ ਜੁਦਾਈ ਕਰਕੇ ਉਹਨਾਂ ਦਾ ਇਹ ਹਾਲ ਹੈ। ਮੈਂ ਉਹਨਾਂ ਨੂੰ ਦਿਲਾਸਾ ਦਿੱਤਾ। ਉਹਨਾਂ ਮੇਰੇ ਅੱਗੇ ਹੱਥ ਜੋੜ ਦਿੱਤੇ। ਮੈਂ ਬਹੁਤ ਹੈਰਾਨ ਹੋਈ ਕਿ ਤੁਸੀਂ ਕੀ ਕਰ ਰਹੇ ਹੋ? ਕਿ ਪਰਮਾਤਮਾ ਦਾ ਵਾਸਤਾ ਮੈਨੂੰ ਦੱਸੋ, ਆਖਰ ਗੱਲ ਕੀ ਹੈ? ਤਾਂ ਉਸਨੇ ਕੰਬਦੀ ਆਵਾਜ਼ 'ਚ ਕਿਹਾ ਕਿ ਰੇਖਾ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਸੀ ਉਸ ਸਮੇਂ ਉਹ ਚੁੱਪ ਸੀ। ਸਿਰਫ ਇੰਨਾ ਹੀ ਕਿਹਾ ਸੀ ਕਿ ਹਾਲੇ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ। ਪਰ ਉਸਦੇ ਪਾਪਾ ਨੇ ਉਸ ਨੂੰ ਸਮਝਾਇਆ ਸੀ ਤੇ ਆਪਣੇ ਪਿਓ ਦੇ ਸਮਝਾਉਣ 'ਤੇ ਉਹ ਚੁੱਪ ਹੋ ਗਈ ਸੀ। ਅਸੀਂ ਸਮਝੇ ਸੀ ਕਿ ਹੌਲੀ-ਹੌਲੀ ਉਹ ਵਿਆਹ ਲਈ ਆਪੇ ਤਿਆਰ ਹੋ ਜਾਵੇਗੀ, ਪਰ ਪਤਾ ਨਹੀਂ ਰਾਤ ਦੀ ਉਹ ਘਰ ਤੋਂ ਕਿੱਥੇ ਚਲੀ ਗਈ ਹੈ। ਸਾਡੇ ਮੂੰਹ 'ਤੇ ਤਾਂ ਉਸਨੇ ਕਾਲਖ ਲਾ ਦਿੱਤੀ ਹੈ। ਤੁਸੀਂ ਸਾਨੂੰ ਮਾਫ਼ ਕਰ ਦਿਓ। ਇਹ ਕਹਿ ਕੇ ਉਸ ਦੀ ਮਾਂ ਬੇਹੋਸ਼ ਹੋ ਗਈ ਤੇ ਉਸ ਦੀ ਛੋਟੀ ਭੈਣ ਨੇ ਪਾਣੀ ਦੇ ਛਿੱਟੇ ਪਾ ਕੇ ਉਸ ਨੂੰ ਹੋਸ਼ 'ਚ ਲਿਆਂਦਾ। ਉਹਨਾਂ ਦੀ ਹਾਲਤ ਬਹੁਤ ਖਰਾਬ ਹੈ। ਭਾਬੀ ਦੇ ਮੂੰਹ ਤੋਂ ਇੰਨੀ ਗੱਲ ਸੁਣਿਆ ਹੀ ਕਿ ਮਾਂ ਸੋਫੇ 'ਤੇ ਗਿਰ ਗਈ ਤੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੀ। ਭਾਬੀ ਦੀ ਦੱਸੀ ਕਹਾਣੀ ਸੁਣ ਕੇ ਮਾਂ ਦੀ ਹਾਲਤ ਖਰਾਬ ਹੋ ਗਈ ਸੀ ਤੇ ਮੈਂ ਪਰੇਸ਼ਾਨ ਹੋ ਗਿਆ ਕਿ ਮੇਰੇ ਪਰਮਾਤਮਾ ਨੇ ਮੇਰੇ ਨਾਲ ਕੀ ਕਰ ਦਿੱਤਾ ਸੀ। ਮੇਰੇ ਨਾਲ ਹੀ ਕਿਉਂ ਹੋਇਆ ਸੀ? ਮੇਰਾ ਦਿਲ ਅੰਦਰ ਰੋ ਰਿਹਾ ਸੀ। ਸਭ ਮਾਂ ਨੂੰ ਚੁੱਕ ਕੇ ਬੈੱਡ 'ਤੇ ਲਟਾਇਆ ਤੇ ਪਾਣੀ ਪਿਲਾਇਆ ਗਿਆ। ਜਿਸ ਘਰ ਵਿੱਚ ਖੁਸ਼ੀਆਂ ਨੱਚ ਰਹੀਆਂ ਸੀ, ਹੁਣ ਉੱਥੇ ਸਾਰੇ ਗਮ ਸੀ ਤੇ ਬੇਚੈਨੀ ਸੀ। ਸਭ ਦੇ ਚਿਹਰੇ ਉਦਾਸ ਸੀ। ਮੈਂ ਕਮਰੇ ਵਿੱਚ ਆ ਕੇ ਸਿਰ ਫੜ ਕੇ ਬੈਠ ਗਿਆ। ਮੇਰਾ ਦਿਲ ਕਰ ਰਿਹਾ ਸੀ ਚੀਕਾਂ ਮਾਰ-ਮਾਰ ਕੇ ਆਪਣੇ ਦਿਲ ਦਾ ਗੁਬਾਰ ਕੱਢ ਦੇਵਾਂ। ਆਖਰ ਉਹਨੇ ਮੇਰੇ ਨਾਲ ਏਦਾਂ ਕਿਉਂ ਕੀਤਾ? ਪਹਿਲਾਂ ਹੀ ਮਨਾ ਕਰ ਦਿੰਦੀ। ਸਭ ਦੇ ਸਾਹਮਣੇ ਏਦਾਂ ਕਰਨ ਦੀ ਕੀ ਲੋੜ ਸੀ? ਹੁਣ ਕੀ ਹੋਵੇਗਾ? ਸਾਰੇ ਮਹਿਮਾਨ ਆ ਚੁੱਕੇ ਸੀ। ਪੰਡਤ ਜੀ ਤਿਆਰ ਬੈਠੇ ਸੀ। ਬਰਾਤ ਜਾਣ ਲਈ ਤਿਆਰ ਸੀ। ਯਾਰ ਦੋਸਤ ਹੌਸਲਾ ਦੇ ਰਹੇ ਸੀ ਪਰ ਮੇਰੇ ਦਿਲ ਨੂੰ ਦਿਲਾਸਾ ਨਹੀਂ ਮਿਲ ਰਿਹਾ ਸੀ। ਕੁਝ ਦੇਰ ਬਾਅਦ ਮੇਰੀ ਮਾਂ ਮੇਰੇ ਕਮਰੇ ਵਿੱਚ ਆਈ। ਮੈਂ ਉਹਨਾਂ ਨੂੰ ਦੇਖ ਕੇ ਖੜਾ ਹੋ ਗਿਆ। ਮੈਨੂੰ ਬਿਮਾਰ ਜਿਹੀ ਲੱਗ ਰਹੀ ਸੀ। ਮੈਂ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਰੋਕੇ ਹੋਏ ਸੀ। ਮਾਂ ਨੇ ਮੈਨੂੰ ਆਪਣੇ ਗਲ ਨਾਲ ਲਾ ਲਿਆ, ਜਿੱਦਾਂ ਇੱਕ ਛੋਟੇ ਬੱਚੇ ਨੂੰ ਮਾਂ ਲਾ ਲੈਂਦੀ ਹੈ। ਮੇਰੀ ਅੱਖਾਂ 'ਚੋਂ ਪਾਣੀ ਆਪਣੇ ਆਪ ਆਉਣ ਲੱਗਾ, ਪਰ ਮੈਂ ਚੁੱਪ ਸੀ। ਮੇਰਾ ਦਿਲ ਅੰਦਰ ਹੀ ਅੰਦਰ ਰੋ ਰਿਹਾ ਸੀ। ਮਾਂ ਨੇ ਮੈਨੂੰ ਨਾਲ ਹੀ ਬੈੱਡ ਦੇ ਉੱਤੇ ਕੋਲ ਬਿਠਾਇਆ ਤੇ ਕਿਹਾ ਕਿ ਜੋ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ, ਉਹੀ ਹੁੰਦਾ ਹੈ।
ਉਸ ਦੀ ਮਰਜ਼ੀ ਤੋਂ ਬਗੈਰ ਪੱਤਾ ਨਹੀਂ ਹਿੱਲਦਾ। ਸ਼ਾਇਦ ਰੇਖਾ ਤੇਰੀ ਕਿਸਮਤ ਵਿੱਚ ਨਹੀਂ ਸੀ। ਮਾਂ ਨੇ ਬਹੁਤ ਹੌਸਲਾ ਦਿੱਤਾ, ਪਰ ਇਸ ਸਮੱਸਿਆ ਦਾ ਜੋ ਹੱਲ ਦੱਸਿਆ ਉਹਨੂੰ ਸੁਣ ਕੇ ਮੇਰਾ ਸਿਰ ਘੁੰਮ ਗਿਆ। ਮੇਰੀ ਅੱਖਾਂ ਦੇ ਅੱਗੇ ਹਨੇਰਾ ਆ ਗਿਆ। ਮੇਰੀ ਮਾਂ ਨੇ ਕਿਹਾ ਕਿ ਦੇਖ ਪੁੱਤ, ਸਾਰੇ ਮਹਿਮਾਨ ਆ ਗਏ ਨੇ, ਹੁਣ ਵਿਆਹ ਨਾ ਹੋਇਆ ਤਾਂ ਤਮਾਸ਼ਾ ਹੋ ਜਾਊਗਾ। ਸਾਡੀ ਇੱਜ਼ਤ ਸ਼ਰੇਆਮ ਉਛਲ ਜਾਊਗੀ। ਇੱਜ਼ਤ ਬਚਾਉਣ ਦਾ ਇੱਕ ਹੀ ਤਰੀਕਾ ਹੈ, ਤੂੰ ਮੇਰੀ ਸਹੇਲੀ ਦੀ ਕੁੜੀ ਰੀਆ ਨਾਲ ਵਿਆਹ ਕਰਵਾ ਲੈ। ਸਭ ਦੇ ਮੂੰਹ ਬੰਦ ਕਰਨ ਦਾ ਇਹੀ ਰਾਸਤਾ ਹੈ। ਇਸ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਜਾਂ ਤੂੰ ਆਪਣੀ ਮਾਂ ਦਾ ਲੋਕਾਂ ਵਿੱਚ ਤਮਾਸ਼ਾ ਬਣਨ ਦੇ, ਜਾਂ ਫਿਰ ਚੁੱਪ ਕਰਕੇ ਸੀ ਹੋਈ ਕੁੜੀ ਨਾਲ ਵਿਆਹ ਕਰਵਾ ਲੈ। ਮੇਰੇ ਮੂੰਹ ਚੋਂ ਨਿਕਲਿਆ, ਮਾਂ ਉਹ ਬਹੁਤ ਛੋਟੀ ਹੈ, ਮੈਂ ਹਲੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ, ਮੈਨੂੰ ਥੋੜਾ ਟਾਈਮ ਦੇ ਦਿਓ। ਮਾਂ ਨੂੰ ਬਿਨਤੀ ਭਰੇ ਸ਼ਬਦਾਂ ਵਿੱਚ ਕਿਹਾ। ਮਾਂ ਨੇ ਕਿਹਾ, ਟਾਈਮ? ਕਿਸ ਗੱਲ ਦਾ? ਅਸੀਂ ਸਾਰਿਆਂ ਨੇ ਤੇਰੀ ਪਸੰਦ ਦੇ ਅੱਗੇ ਆਪਣਾ ਸਿਰ ਝੁਕਾ ਦਿੱਤਾ ਸੀ। ਤੇਰੇ ਕਹਿਣ ਤੇ ਉਹਦੇ ਘਰ ਰਿਸ਼ਤਾ ਲੈ ਕੇ ਗਏ। ਸਾਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਜੇ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀ, ਇਸ 'ਚ ਤੇਰੀ ਕੋਈ ਭਲਾਈ ਹੈ? ਤੂੰ ਚੁੱਪ ਕਰਕੇ ਪਰਮਾਤਮਾ ਦੀ ਮਰਜ਼ੀ ਦੇ ਅੱਗੇ ਆਪਣਾ ਸਿਰ ਝੁਕਾ ਦੇ। ਮੇਰੀ ਗੱਲ ਮੰਨ ਲੈ, ਉਸ ਕੁੜੀ ਨਾਲ ਵਿਆਹ ਕਰਵਾ ਲੈ। ਅਸੀਂ ਵੀ ਤਾਂ ਤੇਰੀ ਗੱਲ ਮੰਨੀ ਸੀ। ਜਿਸ ਕੁੜੀ ਦੇ ਬਾਰੇ ਤੂੰ ਕਿਹਾ, ਅਸੀਂ ਉਸ ਦੇ ਘਰ ਰਿਸ਼ਤਾ ਲੈ ਕੇ ਗਏ, ਪਰ ਉਹਨੇ ਤਾਂ ਆਪਣੇ ਮਾਂ-ਪਿਓ ਦੀ ਇੱਜ਼ਤ ਦਾ ਖਿਆਲ ਨਹੀਂ ਕੀਤਾ। ਹੁਣ ਉਹਦੇ ਬਾਰੇ ਸੋਚਣਾ ਬੇਵਕੂਫੀ ਹੈ। ਜੋ ਆਪਣੇ ਮਾਂ-ਬਾਪਾਂ ਦੀ ਨਹੀਂ ਹੋਈ ਸੀ, ਉਹ ਕਿਸੇ ਹੋਰ ਦੀ ਕੀ ਹੋਊਗੀ। ਬਸ ਮੈਂ ਇਸ ਤੋਂ ਜ਼ਿਆਦਾ ਤੇਰੇ ਭਰਾਵਾਂ ਨੂੰ ਕਹਿ ਦਿੱਤਾ ਹੈ ਕਿ ਹੋਟਲ ਵਿੱਚ ਇੰਤਜ਼ਾਮ ਕਰਨ, ਅਤੇ ਉਹ ਚਲੇ ਗਏ ਨੇ। ਜੇ ਤੂੰ ਮਨਾ ਕੀਤਾ ਤਾਂ ਮੇਰਾ ਮਰੀ ਦਾ ਮੂੰਹ ਦੇਖੇਂਗਾ। ਉਹ ਰੋਣ ਲੱਗੀ ਤੇ ਮੈਂ ਕਿਹਾ, ਮਾਂ ਐ ਨਾ ਕਹੋ, ਤੁਹਾਨੂੰ ਮੇਰੀ ਵੀ ਉਮਰ ਲੱਗ ਜਾਏ, ਤੁਹਾਡੇ ਤੋਂ ਮੇਰੇ ਲਈ ਕੁਝ ਵੀ ਉੱਤੇ ਨਹੀਂ ਹੈ। ਮੈਂ ਕਿਹਾ, ਜਿੱਦਾਂ ਤੁਸੀਂ ਕਹੋਗੇ ਉੱਦਾਂ ਹੀ ਮੈਂ ਕਰਾਂਗਾ। ਮੈਂ ਆਪਣੀ ਮਾਂ ਦੀ ਗੋਦੀ 'ਚ ਸਿਰ ਰੱਖ ਦਿੱਤਾ। ਮਾਂ ਨੇ ਆਪਣਾ ਹੱਥ ਮੇਰੇ ਸਿਰ ਤੇ ਰੱਖਿਆ ਤੇ ਮੈਨੂੰ ਅਸ਼ੀਰਵਾਦ ਦਿੱਤਾ ਤੇ ਬੋਲੀ, ਇੱਕ ਧੋਖੇਬਾਜ਼ ਕੁੜੀ ਦੇ ਪਿੱਛੇ ਆਪਣੇ ਆਪ ਨੂੰ ਬਰਬਾਦ ਨਾ ਕਰ। ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜ੍ਹਾਅ ਆਉਂਦੇ ਨੇ। ਜ਼ਿੰਦਗੀ ਕਦੇ ਕਿਸੇ ਦੇ ਪਿੱਛੇ ਨਹੀਂ ਰੁਕਦੀ। ਜੇ ਉਹਨੇ ਤੇਰੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ ਤਾਂ ਤੂੰ ਜ਼ਿੰਦਗੀ ਵਿੱਚ ਸਭ ਕੁਝ ਭੁਲਾ ਕੇ ਅੱਗੇ ਵਧ। ਮੇਰੀ ਮਾਂ ਨੇ ਆਪਣੇ ਹੰਝੂ ਅੰਦਰ ਹੀ ਅੰਦਰ ਪੀਂਦੇ ਹੋਏ ਕਿਹਾ। ਘਰ ਦੇ ਖਾਸ ਲੋਕਾਂ ਨੂੰ ਦੱਸ ਦਿੱਤਾ ਗਿਆ ਹੈ ਅਤੇ ਕਿਹਾ ਕਿ ਬਾਰਾਤ ਹੁਣ ਹੋਟਲ ਵਿੱਚ ਹੀ ਜਾਊਗੀ। ਕੁਝ ਗੱਲਾਂ ਤੇਰੀ ਭਾਬੀ ਤੇ ਭੈਣਾਂ ਨੇ ਸੰਭਾਲ ਲਿੱਤੀਆਂ ਨੇ। ਬੁਝੇ ਹੋਏ ਚਿਹਰੇ ਨਾਲ ਮੈਂ ਗੱਡੀ ਵਿੱਚ ਬੈਠ ਗਿਆ ਤੇ ਹੋਟਲ ਵਿੱਚ ਪਹੁੰਚ ਗਿਆ। ਮੈਨੂੰ ਕੁਝ ਵੀਰਾਨ ਲੱਗ ਰਿਹਾ ਸੀ। ਖੈਰ, ਮੇਰਾ ਵਿਆਹ ਹੋ ਰਿਹਾ ਸੀ, ਮੈਨੂੰ ਕੁਝ ਵੀ ਨਹੀਂ ਸੀ ਪਤਾ। ਹੁਣ ਮੇਰੇ ਵਿਆਹ ਵਿੱਚ ਕੋਈ ਦਿਲਚਸਪੀ ਨਹੀਂ ਸੀ। ਬਸ ਮੈਂ ਆਪਣੀ ਮਾਂ ਨੂੰ ਦਿੱਤਾ ਵਾਅਦਾ ਨਿਭਾ ਰਿਹਾ ਸੀ। ਮੈਂ ਆਪਣੀਆਂ ਸੋਚਾਂ ਵਿੱਚ ਇੰਨਾ ਗੁੰਮ ਸੀ ਕਿ ਪਤਾ ਹੀ ਨਾ ਚੱਲਿਆ ਕਦੋਂ ਮੈਂ ਦੁਲਹਨ ਨੂੰ ਲੈ ਕੇ ਘਰ ਆ ਗਿਆ ਸੀ। ਸਭ ਕੁਝ ਇੱਕ ਭਿਆਨਕ ਸੁਪਨੇ ਵਰਗਾ ਲੱਗ ਰਿਹਾ ਸੀ। ਬਰਾਤ ਵੀ ਆ ਗਈ ਸੀ, ਦੁਲਹਨ ਵੀ, ਪਰ ਸਭ ਕੁਝ ਇਹ ਮਜਬੂਰੀ ਵਿੱਚ ਕੀਤਾ ਗਿਆ ਸੀ। ਬੁਝੇ ਦਿਲ ਦੇ ਨਾਲ ਸਾਰੇ ਘਰ ਵਾਲਿਆਂ ਨੇ ਜੋ ਜੋਸ਼ ਸੀ ਉਹ ਖਤਮ ਹੋ ਗਿਆ ਸੀ। ਇਹ ਸਭ ਇੱਕ ਰਸਮ ਨਿਭਾਈ ਗਈ, ਲੋਕਾਂ ਦੇ ਮੂੰਹ ਬੰਦ ਰੱਖਣ ਲਈ, ਜਾਂ ਫਿਰ ਇਹ ਕਹੋ ਕਿ ਆਪਣੀ ਇੱਜ਼ਤ ਬਚਾਉਣ ਲਈ। ਮਜਬੂਰੀ ਵਿੱਚ ਇਹ ਵਿਆਹ ਕੀਤਾ ਗਿਆ। ਮੈਂ ਸੋਫੇ ਤੇ ਕਿਸੇ ਲਾਸ਼ ਦੀ ਤਰ੍ਹਾਂ ਗਿਰ ਗਿਆ। ਸਭ ਮੇਰੀ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਰਹੇ ਸੀ। ਜਿਸ ਇਨਸਾਨ ਦੀ ਹੋਣ ਵਾਲੀ ਘਰਵਾਲੀ ਜਾਏ, ਉਹਦੇ ਮੂੰਹ ਤੇ ਕਿੰਨਾ ਵੱਡਾ ਬੇਇੱਜ਼ਤੀ ਦਾ ਧੱਬਾ ਲੱਗਦਾ ਹੈ, ਸ਼ਾਇਦ ਹੀ ਕੋਈ ਸਮਝ ਸਕਦਾ ਹੈ। ਜ਼ਿੰਦਗੀ ਬੇਈਮਾਨੀ ਜੀ ਹੋ ਜਾਂਦੀ ਹੈ। ਏਦਾਂ ਲੱਗਦਾ ਹੈ ਕਿ ਹਰ ਇੱਕ ਤੁਹਾਡੇ ਉੱਤੇ ਹੱਸ ਰਿਹਾ ਹੈ। ਮੈਂ ਸਿਰ ਫੜ ਕੇ ਆਪਣੇ ਖਿਆਲਾਂ ਵਿੱਚ ਬੈਠਾ ਸੀ। ਮੈਨੂੰ ਲੱਗਿਆ ਜਿੱਦਾਂ ਕਿਸੇ ਨੇ ਮੇਰੇ ਮੋਢੇ ਨੂੰ ਛੂਹਿਆ ਹੁੰਦਾ ਹੈ। ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੀ ਮਾਂ ਸੀ। ਮਾਂ ਨੇ ਕਿਹਾ, ਪੁੱਤ ਕੁਝ ਖਾ ਲੈ। ਉੱਥੇ ਵੀ ਕੁਝ ਨਹੀਂ ਖਾਇਆ। ਮਾਂ ਨੂੰ ਮੇਰੀ ਹਾਲਤ ਦਾ ਅੰਦਾਜ਼ਾ ਸੀ। ਉਹਨੂੰ ਪਤਾ ਸੀ ਕਿ ਮੈਂ ਭੁੱਖਾ ਹਾਂ। ਮਾਂ ਬਿਨਾਂ ਕੁਝ ਕਹੇ ਹੀ ਸਭ ਸਮਝ ਜਾਂਦੀ ਹੈ। ਮਾਂ ਨੇ ਮੈਨੂੰ ਫੇਰ ਜ਼ਬਰਦਸਤੀ ਕਿਹਾ ਕਿ ਉੱਠ ਕੇ ਕੁਝ ਖਾ ਲੈ। ਉਹਨਾਂ ਦੇ ਕਹਿਣ ਤੇ ਮੈਂ ਥੋੜਾ ਜਿਹਾ ਖਾ ਲਿੱਤਾ ਤੇ ਫਿਰ ਮਾਂ ਨੇ ਕਿਹਾ, ਹੁਣ ਤੂੰ ਜਾ ਆਪਣੇ ਕਮਰੇ ਵਿੱਚ। ਤੇ ਮੈਂ ਮਾਂ ਵੱਲ ਬੇਵਸੀ ਭਰੀ ਨਜ਼ਰਾਂ ਨਾਲ ਦੇਖਿਆ ਤੇ ਕਿਹਾ ਕਿ ਮਾਂ, ਮੇਰੇ ਨਾਲ ਜ਼ਬਰਦਸਤੀ ਨਾ ਕਰੋ। ਕੋਲ ਖੜੀ ਮੇਰੀ ਭਰਜਾਈ ਨੇ ਕਿਹਾ ਕਿ ਇਹ ਗਲਤ ਗੱਲ ਹੈ। ਉਹ ਹੁਣ ਤੇਰੀ ਘਰਵਾਲੀ ਹੈ, ਉਸ ਦੀ ਜ਼ਿੰਮੇਵਾਰੀ ਚੱਕਣਾ ਤੇਰਾ ਫਰਜ਼ ਹੈ। ਭਾਵੇਂ ਅੱਜ ਦੀ ਰਾਤ ਸਭ ਤੋਂ ਬੁਰੀ ਹੋਵੇ, ਪਰ ਉਹਨੇ ਉਸ ਰਾਤ ਲਈ ਸੁਪਨੇ ਸਜਾਏ ਹੋਣਗੇ। ਮੈਂ ਮਰੇ ਹੋਏ ਕਦਮਾਂ ਦੇ ਨਾਲ ਆਪਣੇ ਕਮਰੇ ਵੱਲ ਚਲਾ ਗਿਆ। ਉਹ ਕਮਰਾ ਜਿਸ ਵਿੱਚ ਰਹਿੰਦੇ ਹੋਏ ਮੈਨੂੰ ਇੱਕ ਬਹੁਤ ਲੰਮਾ ਸਮਾਂ ਗੁਜ਼ਰ ਗਿਆ ਸੀ। ਮੈਨੂੰ ਆਪਣਾ ਕਮਰਾ ਬਹੁਤ ਪਿਆਰਾ ਸੀ। ਆਪਣੇ ਕਮਰੇ ਤੋਂ ਬਿਨਾਂ ਮੈਨੂੰ ਕਿਤੇ ਨੀਂਦ ਨਹੀਂ ਸੀ ਆਉਂਦੀ। ਅੱਜ ਉਹੀ ਕਮਰਾ ਮੈਨੂੰ ਇੱਕ ਅੰਧੇਰੀ ਗੁਫਾ ਲੱਗ ਰਿਹਾ ਸੀ। ਮੇਰਾ ਦਿਲ ਨਹੀਂ ਸੀ ਕਰ ਰਿਹਾ ਕਿ ਮੈਂ ਆਪਣੇ ਕਮਰੇ ਵਿੱਚ ਜਾਵਾਂ, ਪਰ ਮੈਂ ਕੀ ਕਰਦਾ, ਮਜਬੂਰੀ ਸੀ, ਜਾਣਾ ਪਿਆ। ਮੈਂ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ
ਅਤੇ ਨਜ਼ਰ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ ਤੇ ਥੱਕੇ ਹੋਏ ਕਦਮਾਂ ਨਾਲ ਜਾ ਕੇ ਕੁਰਸੀ ਤੇ ਬਹਿ ਗਿਆ। ਦਿਲ ਦੇ ਉੱਤੇ ਇੱਕ ਬੋਝ ਸੀ, ਬੈੱਡ ਤੇ ਬੈਠੀ ਦੁਲਹਨ। ਉਹਨੂੰ ਆਪਣੇ ਘਰਵਾਲੀ ਮੰਨਣ ਦਾ ਮੇਰਾ ਬਿਲਕੁਲ ਵੀ ਦਿਲ ਨਹੀਂ ਸੀ। ਮੈਂ ਭਲਾ ਉਸਨੂੰ ਕਿੱਦਾਂ ਆਪਣੀ ਘਰਵਾਲੀ ਸਵੀਕਾਰ ਕਰ ਲੈਂਦਾ। ਕੱਲ੍ਹ ਤੱਕ ਤਾਂ ਮੇਰੇ ਦਿਲ ਵਿੱਚ ਕੋਈ ਹੋਰ ਸੀ, ਕਿਸੇ ਹੋਰ ਨੂੰ ਲੈ ਕੇ ਮੈਂ ਸੁਪਨੇ ਸਜਾ ਰਿਹਾ ਸੀ ਤੇ ਅੱਜ ਅਚਾਨਕ ਸਭ ਕੁਝ ਬਦਲ ਗਿਆ ਸੀ। ਫਿਰ ਮੇਰੇ ਸਾਹਮਣੇ ਬੈਠੀ ਕੁੜੀ ਮੇਰੇ ਤੋਂ ਉਮਰ ਵਿੱਚ ਬਹੁਤ ਛੋਟੀ ਜਿਹੀ ਲੱਗ ਰਹੀ ਸੀ। ਮੈਂ ਉਹਨੂੰ ਕਿੱਦਾਂ ਆਪਣੀ ਘਰਵਾਲੀ ਦੀ ਥਾਂ ਦੇ ਸਕਦਾ ਸੀ। ਮੈਂ ਆਪਣੇ ਕੱਪੜੇ ਚੇਂਜ ਕੀਤੇ। ਅਚਾਨਕ ਮੇਰੀ ਨਜ਼ਰ ਉਸ ਵੱਲ ਗਈ ਤੇ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਉਹ ਬੈੱਡ ਨਾਲ ਢੋ ਲਾ ਕੇ ਮਜ਼ੇ ਨਾਲ ਸੌਂ ਰਹੀ ਸੀ। ਸੌਂਦੇ ਹੋਏ ਇੱਕ ਮਾਸੂਮ ਜਿਹੀ ਬੱਚੀ ਲੱਗ ਰਹੀ ਸੀ। ਮੈਂ ਸੋਚਣ ਲੱਗਿਆ ਕਿ ਜ਼ੁਲਮ ਨਹੀਂ ਉਹਦੇ ਨਾਲ ਤਾਂ ਫਿਰ ਕੀ ਹੈ। ਮੇਰੇ ਘਰ ਵਾਲਿਆਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਕੀ ਮੈਂ ਇਸ ਨੂੰ ਆਪਣੀ ਘਰਵਾਲੀ ਦੀ ਥਾਂ ਦੇ ਸਕਦਾ ਹਾਂ? ਕੀ ਇਹ ਘਰਵਾਲੀ ਹੋਣ ਦਾ ਮਤਲਬ ਸਮਝਦੀ ਹੈ? ਘਰਵਾਲੀ ਹੋਣ ਦੇ ਕੀ ਹੱਕ ਹੁੰਦੇ ਨੇ? ਕੀ ਇਹ ਪੂਰੇ ਕਰ ਸਕੇਗੀ? ਹੇ ਪਰਮਾਤਮਾ, ਮੇਰੇ ਘਰ ਵਾਲਿਆਂ ਨੇ ਕੀ ਕਰ ਦਿੱਤਾ? ਮੈਂ ਉਸ ਕੁੜੀ ਨੂੰ ਦੇਖਦੇ ਦੇਖਦੇ ਸੋਚ ਰਿਹਾ ਸੀ ਤੇ ਹੌਲੀ-ਹੌਲੀ ਆਪਣੇ ਬੈੱਡ ਦੇ ਉੱਤੇ ਲੇਟ ਗਿਆ ਤਾਂ ਜੋ ਉਸਦੀ ਨੀਂਦ ਨਾ ਖਰਾਬ ਹੋਵੇ। ਪਤਾ ਹੀ ਨਹੀਂ ਚੱਲਿਆ ਕਦੋਂ ਨੀਂਦ ਆ ਗਈ ਤੇ ਮੈਂ ਸੌਂ ਗਿਆ। ਜਦੋਂ ਮੇਰੀ ਅੱਖ ਖੁੱਲੀ ਤਾਂ ਏਦਾਂ ਲੱਗਿਆ ਜਿੱਦਾਂ ਹਾਲੇ ਵੀ ਮੈਂ ਸੌਂ ਹੀ ਰਿਹਾ ਹਾਂ। ਜਿੱਦਾਂ ਹੀ ਅੱਖ ਖੁੱਲੀ ਸੂਰਜ ਚੜ੍ਹ ਗਿਆ ਸੀ। ਮੈਂ ਪਾਸਾ ਲਿੱਤਾ ਤੇ ਇੱਕਦਮ ਚੌਂਕ ਕੇ ਬਹਿ ਗਿਆ ਸੀ। ਮੇਰੀ ਜ਼ਬਰਦਸਤੀ ਦੀ ਬਣੀ ਹੋਈ ਘਰਵਾਲੀ ਮੇਰੇ ਕੋਲ ਬਹਿ ਕੇ ਮੈਨੂੰ ਦੇਖ ਕੇ ਮੁਸਕਰਾ ਰਹੀ ਸੀ। ਮੈਨੂੰ ਉਸਦੀ ਇਸ ਹਰਕਤ ਦੀ ਬਿਲਕੁਲ ਉਮੀਦ ਨਹੀਂ ਸੀ। ਮੈਂ ਉਸਨੂੰ ਨਾਸਮਝ ਮੰਨ ਰਿਹਾ ਸੀ। ਮੈਨੂੰ ਅਚਾਨਕ ਚੌਂਕ ਕੇ ਦੇਖ ਕੇ ਉਹ ਖੁੱਲ੍ਹ ਕੇ ਹੱਸ ਪਈ ਕਿ ਤੁਸੀਂ ਤਾਂ ਡਰ ਗਏ। ਮੈਂ ਕਿਹਾ ਨਹੀਂ, ਡਰਨਾ ਕਿਸ ਗੱਲ ਦਾ? ਫਿਰ ਉਹ ਕਹਿਣ ਲੱਗੀ ਤੁਸੀਂ ਰਾਤ ਨੂੰ ਕਮਰੇ ਵਿੱਚ ਬੜੀ ਦੇਰ ਤੋਂ ਆਏ ਸੀ। ਉਹਨੇ ਮੇਰਾ ਹੱਥ ਆਪਣੇ ਹੱਥਾਂ 'ਚ ਲੈਂਦੇ ਹੋਏ ਕਿਹਾ। ਮੈਂ ਉਸਦੀ ਇਸ ਹਰਕਤ ਤੋਂ ਇੱਕਦਮ ਚੌਂਕ ਗਿਆ। ਮੇਰੇ ਮੱਥੇ ਤੇ ਪਸੀਨਾ ਆ ਗਿਆ। ਜਿਹਨੂੰ ਮੈਂ ਛੋਟਾ ਜਿਹਾ ਮਾਸੂਮ ਸਮਝ ਰਿਹਾ ਸੀ, ਉਹ ਇੰਨੀ ਮਾਸੂਮ ਨਹੀਂ ਸੀ। ਮੈਂ ਕਿਹਾ ਹਾਂ, ਥੋੜ੍ਹੀ ਦੇਰ ਹੋ ਗਈ ਸੀ। ਮੈਂ ਉਸ ਤੋਂ ਆਪਣਾ ਹੱਥ ਛੁਡਾ ਲਿਆ ਤੇ ਫਿਰ ਮੈਂ ਕਿਹਾ ਕਿ ਤੂੰ ਸੌਂ ਰਹੀ ਸੀ। ਕਹਿਣ ਲੱਗੀ ਹਾਂ, ਮੈਨੂੰ ਜਲਦੀ ਹੀ ਨੀਂਦ ਆ ਜਾਂਦੀ ਹੈ, ਤੁਸੀਂ ਮੈਨੂੰ ਉਠਾ ਦਿੰਦੇ। ਉਸਨੇ ਸ਼ਰਾਰਤੀ ਹਾਸੇ ਨਾਲ ਕਿਹਾ। ਮੈਂ ਉਸਦੀ ਇਸ ਗੱਲ ਤੇ ਹੈਰਾਨ ਰਹਿ ਗਿਆ। ਕਹਿਣ ਲੱਗਿਆ ਨਹੀਂ, ਮੈਂ ਵੀ ਥੱਕਿਆ ਹੋਇਆ ਸੀ। ਮੈਂ ਜਲਦੀ ਨਾਲ ਉੱਠਿਆ ਤੇ ਫਰੈਸ਼ ਹੋਣ ਲਈ ਚਲਾ ਗਿਆ। ਮੈਂ ਇਸ ਕਮਰੇ ਵਿੱਚ ਇੱਕ ਮਿੰਟ ਵੀ ਰੁਕਣ ਦਾ ਦਿਲ ਨਹੀਂ ਸੀ ਕਰ ਰਿਹਾ। ਮੈਂ ਜਲਦੀ ਨਾਲ ਬਾਹਰ ਨਿਕਲ ਜਾਣਾ ਚਾਹੁੰਦਾ ਸੀ। ਫਿਰ ਮੈਂ ਜਿੱਦਾਂ ਹੀ ਫਰੈਸ਼ ਹੋ ਕੇ ਤਿਆਰ ਹੋ ਕੇ ਬਾਹਰ ਜਾਣ ਲੱਗਾ ਤਾਂ ਉਹ ਕਹਿਣ ਲੱਗੀ ਤੁਸੀਂ ਕਿਤੇ ਜਾ ਰਹੇ ਹੋ? ਮੈਂ ਕਿਹਾ ਨਹੀਂ, ਹੁਣੇ ਆਉਣਾ ਹਾਂ। ਇਹ ਕਹਿ ਕੇ ਮੈਂ ਟੀਵੀ ਰੂਮ ਵਿੱਚ ਜਾ ਕੇ ਸੋਫੇ ਤੇ ਬੈਠ ਗਿਆ ਤੇ ਸੋਚਣ ਲੱਗਿਆ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਫਿਰ ਮੇਰਾ ਧਿਆਨ ਰੇਖਾ ਵੱਲ ਚਲਾ ਗਿਆ। ਉਹ ਸਾਹਮਣੇ ਵਾਲੇ ਮੁੰਡੇ ਨੂੰ ਪਸੰਦ ਕਰਦੀ ਸੀ। ਉਹ ਦੋਨੋਂ ਭੱਜ ਗਏ ਸੀ। ਮੈਂ ਦੇਖਿਆ ਕਿ ਘਰ ਵਿੱਚ ਸਾਰੇ ਸੋ ਰਹੇ ਨੇ। ਮੰਮੀ ਆਪਣੀ ਚਾਹ ਬਣਾ ਕੇ ਕਮਰੇ ਵਿੱਚ ਚਲੀ ਗਈ ਸੀ। ਮੈਂ ਆਰਾਮ ਨਾਲ ਉੱਠ ਕੇ ਬਾਹਰ ਨਿਕਲ ਗਿਆ। ਰੇਖਾ ਦੇ ਘਰ ਵੱਲ ਦੇਖਣ ਲੱਗਾ ਪਰ ਮੇਰੀ ਇੱਛਾ ਮਰ ਚੁੱਕੀ ਸੀ। ਹਾਂ, ਉਸ ਮੁੰਡੇ ਦਾ ਪਤਾ ਕਰਵਾਉਣਾ ਚਾਹੁੰਦਾ ਸੀ। ਉੱਥੇ ਕੁਝ ਬੱਚੇ ਖੇਲ ਰਹੇ ਸੀ। ਮੈਂ ਇੱਕ ਬੱਚੇ ਨੂੰ ਬੁਲਾਇਆ ਤੇ ਕਿਹਾ ਕਿ ਸਾਹਮਣੇ ਘਰ ਤੋਂ ਪਤਾ ਕਰੋ ਤੇ ਸਮੀਰ ਵੀਰ ਨੂੰ ਬੁਲਾ ਕੇ ਲੈ ਕੇ ਆਓ। ਉਹ ਬੱਚਾ ਮੇਰੀ ਗੱਲ ਸੁਣ ਕੇ ਜਾਣ ਲੱਗਿਆ ਤਾਂ ਮੈਂ ਉਸ ਨੂੰ ਰੋਕ ਦਿੱਤਾ। ਉਹ ਖੁਦ ਹੀ ਸਮੀਰ ਦੇ ਦਰਵਾਜ਼ੇ ਵੱਲ ਚਲਾ ਗਿਆ ਤੇ ਉਸਨੇ ਦਰਵਾਜ਼ਾ 3-4 ਵਾਰ ਖੜਕਾਇਆ। ਏਦਾਂ ਹੀ ਇੱਕ ਆਦਮੀ ਬਾਹਰ ਆਇਆ। ਨਾ ਹੀ ਉਸਦੇ ਪਾਪਾ ਸੀ ਤੇ ਨਾ ਹੀ ਉਸਦਾ ਭਰਾ। ਇੱਕ ਮੁਹੱਲੇ ਵਿੱਚ ਰਹਿੰਦੇ ਇੰਨਾ ਤਾਂ ਪਤਾ ਹੀ ਹੁੰਦਾ ਹੈ ਕਿ ਕੌਣ-ਕੌਣ ਰਹਿੰਦਾ ਹੈ। ਮੈਂ ਉਸਨੂੰ ਪੁੱਛਿਆ ਕਿ ਮੈਂ ਸਮੀਰ ਦੇ ਦਫ਼ਤਰ ਵਿੱਚ ਕੰਮ ਕਰਦਾ ਹਾਂ। ਉਹ ਮੈਨੂੰ ਮਿਲਿਆ ਨਹੀਂ, ਕਿੱਥੇ ਹੈ? ਮੈਂ ਦੇਖਿਆ ਕਿ ਉਹ ਸਮੀਰ ਦਾ ਜੋ ਵੀ ਰਿਸ਼ਤੇਦਾਰ ਸੀ, ਮਾਮਾ ਜਾਂ ਚਾਚਾ, ਉਸਦੇ ਚਿਹਰੇ ਤੇ ਘਬਰਾਹਟ ਸੀ ਤੇ ਉਸਦੀ ਪਰੇਸ਼ਾਨੀ ਦਾ ਮੈਨੂੰ ਪਤਾ ਲੱਗ ਗਿਆ ਸੀ। ਕਹਿਣ ਲੱਗਿਆ ਸੁਨੀਲ ਦਫ਼ਤਰ ਦੇ ਕਿਸੇ ਕੰਮ ਤੋਂ ਸ਼ਹਿਰ ਤੋਂ ਬਾਹਰ ਗਿਆ ਹੈ। ਕੋਈ ਜ਼ਰੂਰੀ ਕੰਮ ਸੀ। ਮੈਂ ਪੁੱਛਿਆ ਕਦੋਂ ਆਏਗਾ? ਉਹ ਆਦਮੀ ਕਹਿਣ ਲੱਗਿਆ ਹਾਲੇ ਤਾਂ ਕੁਝ ਨਹੀਂ ਪਤਾ ਕਦੋਂ ਆਊਗਾ। ਇਹ ਕਹਿ ਕੇ ਉਸਨੇ ਦਰਵਾਜ਼ਾ ਬੰਦ ਕਰ ਲਿਆ ਪਰ ਮੈਂ ਦਰਵਾਜ਼ੇ ਤੋਂ ਨਹੀਂ ਹਟਿਆ, ਉਹਦੇ ਕੋਲ ਹੀ ਖੜਿਆ ਸੀ। ਮੈਨੂੰ ਅੰਦਰ ਤੋਂ ਕੁਝ ਆਵਾਜ਼ਾਂ ਆਉਣ ਲੱਗੀਆਂ ਤੇ ਅੰਦਰ ਤੋਂ ਆਵਾਜ਼ ਆ ਰਹੀ ਸੀ। ਕੋਈ ਕਹਿ ਰਿਹਾ ਸੀ ਹੁਣ ਉਹਦੇ ਦਫ਼ਤਰ ਦੇ ਲੋਕ ਵੀ ਪੁੱਛਣ ਲੱਗੇ ਨੇ। ਕੱਲ੍ਹ ਨੂੰ ਮੁਹੱਲੇ ਵਾਲੇ ਪੁੱਛਣਗੇ ਸਾਡੇ ਮੁੰਡੇ ਨੇ ਅਜਿਹਾ ਕਾਰਨਾਮਾ ਕੀਤਾ ਕਿ ਸਾਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਛੱਡਿਆ। ਕੰਮਬਖ਼ਤ ਸਾਨੂੰ ਪਹਿਲਾਂ ਦੱਸ ਦਿੰਦਾ, ਇੱਜ਼ਤ ਨਾਲ ਉਹਦਾ ਰਿਸ਼ਤਾ ਮੰਗ ਲੈਂਦੇ। ਉਸ ਕੁੜੀ ਦੇ ਘਰ ਵਾਲਿਆਂ ਦੇ ਮੂੰਹ ਤੇ ਵੀ ਕਾਲਕ ਲਾ ਦਿੱਤੀ ਤੇ ਸਾਨੂੰ ਵੀ ਕਿਸੇ ਦਾ ਦਿਖਾਉਣ ਜੋਗਾ ਨਹੀਂ ਛੱਡਿਆ। ਮੈਂ ਖੜਿਆ ਰਿਹਾ ਤੇ ਸਾਰੀਆਂ ਗੱਲਾਂ ਸੁਣ ਰਿਹਾ ਸੀ। ਮੇਰਾ ਸ਼ੱਕ ਹੁਣ ਯਕੀਨ ਵਿੱਚ ਬਦਲ ਗਿਆ ਸੀ ਕਿ ਯਾਨੀ ਦੋਨੋਂ ਘਰ ਤੋਂ ਇਕੱਠੇ ਭੱਜੇ ਸੀ। ਮੈਨੂੰ ਉਸੇ ਦਿਨ ਸਮਝ ਜਾਣਾ ਚਾਹੀਦਾ ਸੀ ਤੇ ਉਹਨਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ। ਅਜਿਹੀ ਬੇਇੱਜ਼ਤੀ ਤੋਂ ਤਾਂ ਚੰਗਾ ਸੀ ਮੈਂ ਆਪਣੀ ਇੱਕ ਤਰਫਾ ਮੁਹੱਬਤ ਦਾ ਗਲਾ ਘੋਟ ਦਿੰਦਾ ਤਾਂ ਦੋ ਘਰ ਟੁੱਟਣ ਤੋਂ ਬਚ ਜਾਂਦੇ। ਮੇਰਾ ਘਰ ਤਾਂ ਬਸ ਗਿਆ ਸੀ ਪਰ ਮੇਰਾ ਦਿਲ ਟੁੱਟ ਚੁੱਕਿਆ ਸੀ। ਕੁਝ ਦੇਰ ਖੜਾ ਰਿਹਾ ਤੇ ਫਿਰ ਮੈਂ ਵਾਪਸ ਆ ਗਿਆ। ਮੇਰੀ ਮਾਂ ਨੇ ਮੈਨੂੰ ਬਾਹਰੋਂ ਆਉਂਦੇ ਹੈਰਾਨੀ ਨਾਲ ਕਿਹਾ ਤੂੰ ਕਦੋਂ ਬਾਹਰ ਗਿਆ ਸੀ?
ਤੇ ਕਿਉਂ ਗਿਆ ਸੀ? ਤਬੀਅਤ ਠੀਕ ਹੈ? ਮੈਂ ਕਿਹਾ ਹਾਂ ਮਾਂ, ਬਸ ਏਦਾਂ ਹੀ ਗਿਆ ਸੀ। ਮਾਂ ਨੇ ਪੁੱਛਿਆ, ਚੰਗਾ ਇਹ ਦੱਸ, ਰੀਆ ਸੌਂ ਰਹੀ ਹੈ ਜਾਂ ਜਾਗ ਰਹੀ ਹੈ? ਮੈਂ ਲਾਪਰਵਾਹੀ ਨਾਲ ਕਿਹਾ, ਮੈਨੂੰ ਨਹੀਂ ਪਤਾ, ਸ਼ਾਇਦ ਜਾਗਦੀ ਹੋਊਗੀ, ਦੇਖ ਲਓ ਆਪੇ ਜਾ ਕੇ। ਮੈਂ ਉੱਥੇ ਸੋਫੇ ਤੇ ਹੀ ਪੈ ਗਿਆ। ਮੇਰੇ ਦਿਮਾਗ ਵਿੱਚ ਸਮੀਰ ਦੇ ਘਰ ਤੋਂ ਆਉਣ ਵਾਲੀਆਂ ਆਵਾਜ਼ਾਂ ਗੂੰਜ ਰਹੀਆਂ ਸੀ। ਮੈਂ ਸੋਚਣ ਲੱਗਿਆ ਕਿ ਇਹਦਾ ਮਤਲਬ ਉਹ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਮੇਰੇ ਨਾਲ ਰਿਸ਼ਤਾ ਹੋਣ ਤੋਂ ਬਾਅਦ ਦੋਨਾਂ ਨੂੰ ਘਰੋਂ ਭੱਜਣਾ ਸਹੀ ਸਮਝਿਆ। ਕਿੰਨਾ ਭਿਆਨਕ ਤੇ ਤਕਲੀਫ ਦੇਣ ਵਾਲਾ ਕਦਮ ਚੁੱਕਿਆ ਸੀ ਉਹਨਾਂ ਦੋਨਾਂ ਨੇ। ਜੇ ਰੇਖਾ ਪਹਿਲਾਂ ਹੀ ਆਪਣੀ ਪਸੰਦ ਆਪਣੀ ਮਾਂ ਨੂੰ ਦੱਸ ਦਿੰਦੀ ਤਾਂ ਇਹ ਸਭ ਕੁਝ ਨਾ ਹੁੰਦਾ। ਮੇਰੀ ਵਜ੍ਹਾ ਨਾਲ ਜੇ ਉਹਨਾਂ ਦੀ ਸੱਚੀ ਮੁਹੱਬਤ ਸੀ ਤਾਂ ਮੈਂ ਰਾਸਤੇ 'ਚੋਂ ਹਟ ਜਾਂਦਾ, ਘਰ ਵਾਲਿਆਂ ਨੂੰ ਪਰੇਸ਼ਾਨੀ ਤੋਂ ਬਚਾ ਲੈਂਦਾ। ਇੱਕ ਵਾਰੀ ਕਹਿੰਦੀ ਕਿ ਮੁਹੱਬਤ ਇੰਨੀ ਖੁਦਗਰਜ਼ ਹੁੰਦੀ ਹੈ, ਬੇਵਕੂਫ ਹੁੰਦੀ ਹੈ, ਫਿਰ ਅੰਨੀ ਹੁੰਦੀ ਹੈ ਕਿ ਸੋਚਣ ਸਮਝਣ ਦੀ ਸ਼ਕਤੀ ਹੀ ਖਤਮ ਹੋ ਜਾਂਦੀ ਹੈ। ਪਰ ਸੱਚੀ ਮੁਹੱਬਤ ਕਦੇ ਆਪਣਿਆਂ ਨੂੰ ਦੁੱਖ ਨਹੀਂ ਦਿੰਦੀ। ਇਹ ਕੀ ਕੀਤਾ ਤੁਸੀਂ ਦੋਨਾਂ ਨੇ? ਸਵੇਰ ਤੋਂ ਦਫ਼ਤਰ ਜਾਣ ਲੱਗਾ ਪਰ ਮੈਂ ਆਪਣੀ ਘਰਵਾਲੀ ਨੂੰ ਹਲੇ ਤੱਕ ਹੱਥ ਨਹੀਂ ਸੀ ਲਾਇਆ। ਹਾਲਾਂਕਿ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਬਹੁਤ ਚੰਗੀ ਤੇ ਸਮਝਦਾਰ ਹੈ। ਘੱਟ ਉਮਰ ਦੀ ਜ਼ਰੂਰ ਹੈ ਪਰ ਬੇਵਕੂਫ ਨਹੀਂ ਹੈ। ਉਹਨੇ ਪੂਰੀ ਸਮਝਦਾਰੀ ਦੇ ਨਾਲ ਸਾਰਾ ਘਰ ਸੰਭਾਲ ਲਿਆ ਸੀ। ਉਸ ਦੇ ਚੰਗੇ ਸੁਭਾਅ ਤੋਂ ਸਾਰੇ ਘਰ ਵਾਲੇ ਖੁਸ਼ ਸੀ। ਮੇਰੀ ਮਾਂ ਦੀ ਬਹੁਤ ਸੇਵਾ ਕਰਦੀ ਸੀ, ਮੇਰੇ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਸੀ। ਜਦੋਂ ਹੱਸਦੀ ਸੀ ਤਾਂ ਉਸ ਦੀ ਗੱਲ ਤੇ ਡਿੰਪਲ ਪੈ ਜਾਂਦਾ ਸੀ, ਜੋ ਅਸੀਂ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੰਦਾ ਸੀ। ਉਸ ਦੇ ਮਾਸੂਮ ਦੇ ਚਿਹਰੇ ਤੇ ਡਿੰਪਲ ਬਹੁਤ ਪਿਆਰਾ ਲੱਗਦਾ ਸੀ। ਮੈਂ ਨਾ ਚਾਹੁੰਦੇ ਹੋਏ ਉਹਦੇ ਵੱਲ ਦੇਖਦਾ ਹੀ ਰਹਿ ਜਾਂਦਾ ਸੀ। ਹੌਲੀ-ਹੌਲੀ ਮੇਰੇ ਦਿਲ ਵਿੱਚ ਰੇਖਾ ਦਾ ਗਮ ਨਿਕਲਦਾ ਜਾ ਰਿਹਾ ਸੀ ਤੇ ਮੇਰੇ ਦਿਲ ਵਿੱਚ ਰੀਆ ਦੀ ਮੁਹੱਬਤ ਵਧਣ ਲੱਗੀ ਸੀ। ਸੱਚ ਕਹਿੰਦੇ ਨੇ, ਤੂਫਾਨ ਤੇਜ਼ੀ ਨਾਲ ਆਉਂਦਾ ਤੇ ਓਨੀ ਹੀ ਤੇਜ਼ੀ ਨਾਲ ਚਲਾ ਵੀ ਜਾਂਦਾ ਤੇ ਵਹਿੰਦੀ ਹੋਈ ਨਦੀ ਹੌਲੀ-ਹੌਲੀ ਵਹਿੰਦੀ ਰਹਿੰਦੀ ਹੈ। ਰੇਖਾ ਦੇ ਲਈ ਮੇਰਾ ਪਿਆਰ ਇੱਕ ਤੂਫਾਨ ਸੀ ਜੋ ਇੱਕਦਮ ਨਾਲ ਖਤਮ ਹੋ ਗਿਆ, ਪਰ ਰੀਆ ਮੇਰੇ ਲਈ ਸ਼ਾਂਤ ਵਹਿੰਦੀ ਹੋਈ ਨਦੀ ਦੀ ਤਰ੍ਹਾਂ ਸੀ, ਜੋ ਮੇਰੇ ਦਿਲ ਵਿੱਚ ਹੌਲੀ-ਹੌਲੀ ਵੱਧਦੀ ਜਾ ਰਹੀ ਸੀ। ਉਹ ਬਹੁਤ ਹੀ ਸ਼ਰਾਰਤੀ ਸੀ। ਜਦੋਂ ਵੀ ਮੈਂ ਦਫ਼ਤਰੋਂ ਥੱਕ ਕੇ ਆਉਂਦਾ ਤਾਂ ਉਹਦੀਆਂ ਸ਼ਰਾਰਤਾਂ ਨਾਲ ਮੇਰਾ ਮੂਡ ਖੁਸ਼ਗਵਾਰ ਬਣਾ ਦਿੰਦੀ ਸੀ। ਹੌਲੀ-ਹੌਲੀ ਸਾਡੇ ਵਿਆਹ ਨੂੰ 6 ਮਹੀਨੇ ਗੁਜ਼ਰ ਚੁੱਕੇ ਸੀ, ਲੇਕਿਨ ਮੈਂ ਹਾਲੇ ਤੱਕ ਰੀਆ ਨੂੰ ਹੱਥ ਨਹੀਂ ਸੀ ਲਾਇਆ। ਉਸ ਰਾਤ ਜਦੋਂ ਮੈਂ ਆਪਣੀ ਲੈਪਟਾਪ ਤੇ ਦਫ਼ਤਰ ਦਾ ਕੁਝ ਕੰਮ ਕਰ ਰਿਹਾ ਸੀ ਤਾਂ ਰੀਆ ਮੇਰੇ ਬਰਾਬਰ ਬੈੱਡ ਤੇ ਪਈ ਸੀ, ਪਰ ਮੈਂ ਉਸ ਦੀਆਂ ਨਜ਼ਰਾਂ ਦੀ ਤਪਸ਼ ਮੈਂ ਮਹਿਸੂਸ ਕਰ ਰਿਹਾ ਸੀ ਜੋ ਮੈਨੂੰ ਬਾਰ-ਬਾਰ ਦੇਖੀ ਜਾ ਰਹੀ ਸੀ। ਮੈਂ ਉਸ ਦੀ ਨਜ਼ਰ ਵਿੱਚ ਉਲਝ ਰਿਹਾ ਸੀ। ਉਹਨੇ ਕੁਝ ਅਜਿਹੀ ਗੱਲ ਕਹਿ ਦਿੱਤੀ ਕਿ ਮੇਰਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ ਸੀ। ਉਹ ਕਹਿਣ ਲੱਗੀ ਕਿ ਤੁਸੀਂ ਉਹ ਹੋ। ਮੈਂ ਉਸ ਦੀ ਗੱਲ ਦਾ ਮਤਲਬ ਨਾ ਸਮਝਿਆ ਤੇ ਫਿਰ ਸਮਝ ਕੇ ਵੀ ਨਾ ਸਮਝ ਬਣ ਗਿਆ ਸੀ। ਮੈਂ ਕਿਹਾ, ਤੂੰ ਕਹਿਣਾ ਕੀ ਚਾਹੁੰਦੀ ਹੈ? ਉਸਨੇ ਫਿਰ ਮੈਨੂੰ ਕਿਹਾ ਕਿ ਤੁਸੀਂ ਉਹ ਹੋ। ਇਸ ਵਾਰ ਮੈਨੂੰ ਗੁੱਸਾ ਆ ਗਿਆ ਤੇ ਮੈਂ ਕਿਹਾ ਕਿ ਦੇਖ, ਮੈਂ ਇੱਕ ਨਾਰਮਲ ਇਨਸਾਨ ਹਾਂ। ਗੱਲ ਕਹਿਣ ਦੀ ਤੇਰੀ ਹਿੰਮਤ ਕਿੱਦਾਂ ਹੋਈ? ਮੇਰੀ ਗੱਲ ਸੁਣ ਕੇ ਉੱਚੀ-ਉੱਚੀ ਹੱਸਣ ਲੱਗੀ ਤੇ ਕਹਿਣ ਲੱਗੀ, ਸਾਡੇ ਵਿਆਹ ਨੂੰ 6 ਮਹੀਨੇ ਹੋ ਗਏ ਨੇ, ਤੁਸੀਂ ਮੇਰੇ ਕੋਲ ਨਹੀਂ ਆਉਂਦੇ। ਤਾਂ ਮੈਂ ਸਮਝੀ ਕਿ ਸ਼ਾਇਦ ਤੁਸੀਂ ਨਾਮਰਦ ਹੋ, ਲੇਕਿਨ ਕੋਈ ਗੱਲ ਨਹੀਂ, ਜੇ ਤੁਸੀਂ ਨਾਮਰਦ ਹੋਏ ਵੀ ਤਾਂ ਵੀ ਮੈਂ ਤੁਹਾਡੇ ਨਾਲ ਪੂਰੀ ਜ਼ਿੰਦਗੀ ਗੁਜ਼ਾਰ ਲਵਾਂਗੀ, ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਰੀਆ ਨੇ ਇੰਨੀ ਬੇਬਾਕੀ ਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਦਿੱਤਾ। ਮੈਂ ਉਸ ਨੂੰ ਅੱਖਾਂ ਫੜ-ਫੜ ਕੇ ਦੇਖਦਾ ਰਿਹਾ, ਲੇਕਿਨ ਉਸ ਦੀ ਨਾਮਰਦ ਵਾਲੀ ਗੱਲ ਤੇ ਮੈਨੂੰ ਬਹੁਤ ਗੁੱਸਾ ਆ ਗਿਆ ਸੀ। ਮੈਂ ਕਿਹਾ ਕਿ ਮੈਂ ਨਾਮਰਦ ਨਹੀਂ ਹਾਂ। ਰੀਆ ਦੀ ਅੱਖਾਂ ਵਿੱਚ ਫੇਰ ਸ਼ਰਾਰਤ ਸੀ। ਮੈਂ ਉਸ ਰਾਤ ਸਾਬਿਤ ਕਰ ਦਿੱਤਾ ਕਿ ਮੈਂ ਨਾਮਰਦ ਨਹੀਂ ਹਾਂ। ਮੈਂ ਉਸ ਦੇ ਖੂਬਸੂਰਤ ਤੇ ਨਾਜ਼ੁਕ ਜਿਹੇ ਸਰੀਰ ਨੂੰ ਬਾਹਾਂ ਵਿੱਚ ਭਰ ਲਿਆ ਸੀ। ਪੂਰੀ ਰਾਤ ਮੈਂ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਤੇ ਸਾਰੀ ਰਾਤ ਕਰਦਾ ਰਿਹਾ। ਹੁਣ ਮੇਰੇ ਦਿਲ ਦੇ ਉੱਤੇ ਰੀਆ ਦਾ ਕਬਜ਼ਾ ਹੋ ਗਿਆ ਸੀ। ਰੀਆ ਦੇ ਪਿਆਰ ਵਿੱਚ ਦੂਰ-ਦੂਰ ਤੱਕ ਮੈਨੂੰ ਰੇਖਾ ਯਾਦ ਹੀ। ਹੁਣ ਰੀਆ ਮੇਰੀ ਮੁਹੱਬਤ ਸੀ। ਸਾਡੀ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਸੀ। ਸਾਡਾ ਪਿਆਰ ਵੱਧਦਾ ਜਾ ਰਿਹਾ ਸੀ। ਮੈਨੂੰ ਉਸ ਤੋਂ ਕੋਈ ਸ਼ਿਕਵਾ ਨਹੀਂ ਸੀ। ਕਦੀ-ਕਦੀ ਤਾਂ ਮੈਨੂੰ ਹੈਰਾਨੀ ਹੁੰਦੀ ਸੀ ਕਿ ਮੈਂ ਰੇਖਾ ਲਈ ਕੀ ਮਹਿਸੂਸ ਕਰਦਾ ਸੀ, ਪਰ ਹੁਣ ਮੇਰੇ ਦਿਲ ਵਿੱਚ ਦੂਰ-ਦੂਰ ਤੱਕ ਰੇਖਾ ਨਹੀਂ ਸੀ। ਕੁਝ ਸਮੇਂ ਬਾਅਦ ਸਮੀਰ ਵਾਪਸ ਆ ਗਿਆ, ਪਰ ਰੇਖਾ ਨਹੀਂ ਆਈ। ਸ਼ਾਇਦ ਰੇਖਾ ਦੇ ਘਰ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿਸ ਨਾਲ ਗਈ ਹੈ। ਬਸ ਉਹਨਾਂ ਨੇ ਸਬਰ ਕਰ ਲਿਆ ਸੀ। ਪਰ ਸਮੀਰ ਨੂੰ ਦੇਖ ਕੇ ਮੈਨੂੰ ਰੇਖਾ ਦੀ ਚਿੰਤਾ ਹੋਣ ਲੱਗੀ। ਇਹ ਆਪਣਾ ਨਸੀਬ ਆਪ ਲਿਖਿਆ ਸੀ। ਸ਼ਾਇਦ ਮਾਂ-ਪਿਓ ਦਾ ਦਿਲ ਦਿਖਾਉਣ ਵਾਲੀਆਂ ਕੁੜੀਆਂ ਦਾ ਇਹੀ ਅੰਜਾਮ ਹੁੰਦਾ ਹੈ। ਉਹ ਕਦੀ ਜ਼ਿੰਦਗੀ ਵਿੱਚ ਖੁਸ਼ ਨਹੀਂ ਰਹਿ ਸਕਦੀਆਂ। ਮਾਂ-ਬਾਪ ਦੇ ਫੈਸਲੇ ਕਦੀ ਗਲਤ ਨਹੀਂ ਹੁੰਦੇ। ਉਹ ਹਮੇਸ਼ਾ ਆਪਣੇ ਬੱਚਿਆਂ ਦੀ ਭਲਾਈ ਸੋਚਦੇ ਨੇ। ਰੀਆ ਵੱਲ ਪਿਆਰ ਭਰੀ ਇੱਕ ਨਜ਼ਰ ਨਾਲ ਮੈਂ ਦੇਖਿਆ ਤੇ ਉਹ ਮੁਸਕਰਾ ਰਹੀ ਸੀ। ਮੇਰੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਹੁਣ ਕੋਈ ਕਮੀ ਨਹੀਂ ਸੀ। ਪਰ ਇਨਸਾਨੀਅਤ ਦੇ ਨਾਤੇ ਮੈਂ ਸਭ ਕੁਝ ਜਾਣ ਕੇ ਵੀ ਅਣਜਾਣ ਨਹੀਂ ਬਣ ਸਕਦਾ ਸੀ। ਮੈਂ ਰੇਖਾ ਦੇ ਮਾਪਿਆਂ ਨੂੰ ਸਾਰੀ ਸੱਚਾਈ ਦੱਸ ਦਿੱਤੀ। ਉਹਨਾਂ ਨੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਸਮੀਰ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਸਭ ਸੱਚ ਦੱਸ ਦਿੱਤਾ। ਕਿਹਾ ਕਿ ਮੈਂ ਤੇ ਰੇਖਾ ਅਸੀਂ 2 ਮਹੀਨੇ ਇਕੱਠੇ ਰਹੇ ਹਾਂ ਤੇ ਮੈਂ ਉਸਨੂੰ ਛੱਡ ਦਿੱਤਾ। ਹੁਣ ਉਹ ਡਰਦੇ ਮਾਰੇ ਘਰ ਨਹੀਂ ਆ ਰਹੀ ਤੇ ਉੱਥੇ ਹੀ ਛੋਟੀ-ਮੋਟੀ ਨੌਕਰੀ ਕਰ ਰਹੀ ਹੈ ਤੇ ਆਪਣਾ ਗੁਜ਼ਾਰਾ ਕਰ ਰਹੀ ਹੈ। ਪੁਲਿਸ ਦੇ ਜ਼ਰੀਏ ਰੇਖਾ ਦੇ ਮਾਪਿਓ ਰੇਖਾ ਨੂੰ ਵਾਪਸ ਲੈ ਆਏ।
ਹੁਣ ਇਸ ਦੇ ਇੰਤਜ਼ਾਰ ਵਿੱਚ ਬੈਠੇ ਨੇ ਕਿ ਉਸ ਦਾ ਵਿਆਹ ਕਿਸੇ ਚੰਗੀ ਥਾਂ ਹੋ ਜਾਏ। ਕਹਾਣੀ ਦੇ ਅੰਤ ਵਿੱਚ ਬਸ ਇੰਨਾ ਹੀ ਕਹਿਣਾ ਚਾਹਾਂਗੀ ਕਿ ਵਿਆਹ ਇੱਕ ਪਵਿੱਤਰ ਬੰਧਨ ਹੁੰਦਾ ਹੈ, ਜਿਹਦੇ ਵਿੱਚ ਕੁੜੀ ਤੇ ਮੁੰਡੇ ਦੋਨਾਂ ਦੀ ਰਜ਼ਾਮੰਦੀ ਜ਼ਰੂਰੀ ਹੁੰਦੀ ਹੈ। ਵਿਆਹ ਤੋਂ ਪਹਿਲਾਂ ਖੁੱਲ੍ਹ ਕੇ ਆਪਣੇ ਮਾਂ-ਪਿਓ ਨਾਲ ਗੱਲ ਕਰੋ। ਜੇਕਰ ਤੁਹਾਡਾ ਹੋਣ ਵਾਲਾ ਜੀਵਨ ਸਾਥੀ ਤੁਹਾਨੂੰ ਪਸੰਦ ਨਹੀਂ ਤਾਂ ਆਪਣੇ ਮਾਂ-ਪਿਓ ਨੂੰ ਦੱਸੋ। ਆਪਣੀ ਪਸੰਦ ਬਾਰੇ ਦੱਸੋ। ਹੋ ਸਕਦਾ ਤੁਹਾਡੇ ਮਾਂ-ਪਿਓ ਤੁਹਾਡੀ ਗੱਲ ਨੂੰ ਸਮਝ ਕੇ ਸਹੀ ਫੈਸਲਾ ਲੈ ਸਕਣ। ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਰਿਓ ਜੀ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।